मैं उस स्ट्रगल ਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਵਾਰ 10 ਸਾਲ ਲਗਾਤਾਰ ਉਸ ਨਾਮੀਆਂ ਨੂੰ ਮੈਂ ਪਾਰ ਕਰਦੀ ਗਈ ਤੇ ਹੁੰਦੀਆਂ ਰਹੀਆਂ। ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਨੀਰੋ ਦਾ ਅਟੈਕ ਹੋਇਆ। ਨੀਰੋ ਦੇ ਅਟੈਕ ਨੇ ਮੇਰੀ ਲੈਫਟ ਸਾਈਡ ਦੀ ਬੋਡੀ ਬਿਲਕੁਲ ਖੜ ਗਈ ਸੀ। ਜਵਾਬ ਦੇ ਚੁੱਕੇ ਸੀ। ਜਦੋਂ ਮੇਰੀ ਬੇਟੀ ਮੈਨੂੰ ਆ ਕੇ ਆਵਾਜ਼ ਮਾਰਦੀ ਸੀ ਮੰਮਾ ਮੰਮਾ ਕਹਿ ਕੇ, ਤਾਂ ਮਸ਼ੀਨਸ ਚੱਲਣ ਲੱਗ ਗਈਆਂ। ਉਹਨਾਂ ਦੇ ਜਾਣ ਤੋਂ ਬਾਅਦ ਨਾ ਮੈਂ ਆਪਣੀ ਮਦਰ ਨੂੰ ਪਾਪਾ ਦਾ ਸਿਰਹਾਣੇ ਦਾ ਕਵਰ ਨਹੀਂ ਸੀ ਧੋਣ ਦਿੰਦੇ ਹੁੰਦੇ। ਅੱਛਾ। ਕਿਉਂਕਿ ਉਹਨਾਂ ਦੇ ਵਿੱਚੋਂ, ਉਸ ਕਵਰ ਦੇ ਵਿੱਚੋਂ ਨਾ ਮੈਨੂੰ ਪਾਪਾ ਦੀ ਦਾੜੀ ਦੀ ਹੇਅਰ ਫਿਕਸਰ ਦੀ ਖੁਸ਼ਬੂ ਆਉਂਦੀ ਸੀ। ਕੋਈ ਇਹਦੀ ਲਿਸਟ ਨਹੀਂ ਬਣਨੀ, ਕੋਈ ਇਹਦਾ ਹਿਸਾਬ ਨਹੀਂ ਹੋਏਗਾ। ਇਸ ਲਿਫਾਫੇ 'ਚ ਜੋ ਜਿਸ ਤੋਂ ਸਰਦਾ ਪਾ ਦਿਓ ਜੀ। ਔਰ ਤੁਸੀਂ ਹੈਰਾਨ ਹੋਗੇ ਕਿ ਘਰ ਆਉਣ ਤੱਕ 3-4 ਘੰਟੇ ਦੇ ਵਿੱਚ ਅਸੀਂ 92,000 ਰੁਪਈਆ ਉਹਦੇ ਵਿੱਚ ਲਿਫਾਫੇ 'ਚ ਇਕੱਠਾ ਕਰ ਲਿਆ, ਜਿਹਦਾ ਸਾਨੂੰ ਨਹੀਂ ਪਤਾ ਕੋਈ ਕੀ ਪਾ ਕੇ ਗਿਆ। ਲਵ ਯੂ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਕੁਝ ਲੋਕ ਅਜਿਹੇ ਹੁੰਦੇ ਹਨ ਜੋ ਜ਼ਿੰਦਗੀ ਵਿੱਚ ਜਿਹੋ ਜਿਹੇ ਮਰਜ਼ੀ ਹਾਲਾਤ ਹੋਣ ਉਹ ਅਡੋਲ ਰਹਿੰਦੇ ਨੇ, ਸਥਿਰ ਰਹਿੰਦੇ ਨੇ, ਘਬਰਾਉਂਦੇ ਨਹੀਂ ਹਨ ਅਤੇ ਆਪਣੀ ਮੰਜ਼ਿਲ ਵੱਲ ਬਸ ਤੁਰਦੇ ਰਹਿੰਦੇ ਹਨ। ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ, ਅਹੁਦੇ ਤੋਂ ਤਾਂ ਦੇਖਿਆ ਜਾਏ ਤਾਂ ਉਹ ਰਿਟਾਇਰ ਵਾਈਸ ਪ੍ਰਿੰਸੀਪਲ ਨੇ, ਪਰ ਹਾਂ ਉਹਨਾਂ ਦੀ ਸ਼ਖਸੀਅਤ, ਉਹਨਾਂ ਦਾ ਕਿਰਦਾਰ ਬਹੁਤ ਉੱਚਾ ਹੈ। ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਪਰ ਉਹ ਘਬਰਾਏ ਨਹੀਂ, ਬਲਕਿ ਆਪਣੀ ਜ਼ਿੰਦਗੀ ਦੇ ਵਿੱਚ ਹੌਸਲਾ ਰੱਖ ਕੇ ਅੱਗੇ ਵਧਦੇ ਰਹੇ। ਮੈਂ ਗੱਲ ਕਰ ਰਹੀ ਹਾਂ ਮੈਡਮ ਪਰਮਜੀਤ ਜੀ ਦੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਅਤੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਵਰਕੇ ਫਰੋਲਾਂਗੇ। ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਏਕ ਨੂਰ ਚੈਨਲ ਜਿਹੜੇ ਕਿ ਸਪੈਸ਼ਲੀ ਚੰਡੀਗੜ੍ਹ ਤੋਂ ਮੇਰੀ ਕਵਰੇਜ ਲਈ ਆਏ ਨੇ, ਮੈਂ ਬਹੁਤ ਧੰਨਵਾਦ ਕਰਦੀ ਹਾਂ। ਮੈਡਮ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹਾਂਗੀ ਕਿ ਜਦੋਂ ਤੁਸੀਂ ਵਿਦਿਆਰਥੀ ਸੀ ਉਦੋਂ ਸੁਪਨਾ ਸੰਜੋਇਆ ਸੀ ਕਿ ਵਾਈਸ ਪ੍ਰਿੰਸੀਪਲ ਹੀ ਬਣੋਗੇ, ਟੀਚਿੰਗ ਲਾਈਨ ਦੇ ਵਿੱਚ ਹੀ ਜਾਓਗੇ, ਜਾਂ ਸੁਪਨਾ ਕੋਈ ਹੋਰ ਸੀ? ਨਹੀਂ, ਮੈਂ ਬਹੁਤ ਛੋਟੀ ਜਿਹੀ ਸੀ। ਮੇਰੇ ਫਾਦਰ ਨੇ ਗਿਆਨੀ ਕੀਤੀ, ਆਰਮੀ ਆਫਿਸਰ, ਰਿਟਾਇਰ ਹੋਏ ਨੇ ਐਜ਼ ਮੇਜਰ, ਅਤੇ ਉਹ ਬੁੱਕਸ ਸਾਡੇ ਘਰ ਪਈਆਂ ਹੁੰਦੀਆਂ ਸੀ। ਅੱਛਾ ਜੀ। ਤਾਂ ਪਾਪਾ ਤਾਂ ਛੁੱਟੀ ਕੱਟ ਕੇ ਚਲੇ ਜਾਂਦੇ ਸੀ, ਲੇਕਿਨ ਮੈਨੂੰ ਲੱਗਦਾ ਸੀ ਵੀ ਪਾਪਾ ਕੀ ਪੜ੍ਹਦੇ ਹੁੰਦੇ ਨੇ, ਅਤੇ ਮੈਂ ਉਹ ਕਿਤਾਬਾਂ ਚੱਕ ਕੇ ਪੜ੍ਹਨ ਲੱਗ ਜਾਣੀਆਂ। ਮੈਂ 3rd ਦੇ ਵਿੱਚ ਸੀਗੀ ਅਜੇ, ਜਦੋਂ ਮੈਂ ਬਲਵੰਤ ਗਾਰਗੀ ਵਗੈਰਾ ਰਾਈਟਰ ਨਾ ਪੜ੍ਹ ਚੁੱਕੀ ਸੀ। ਤਾਂ ਉਦੋਂ ਤੋਂ ਇੱਕ ਚੇਟਕ ਮਨ ਦੇ ਵਿੱਚ ਲੱਗੀ। ਮੈਂ ਹੌਲੀ ਹੌਲੀ ਕਰਕੇ ਜਿਹੜੀਆਂ ਕਿਤਾਬਾਂ ਦੀ ਮੈਨੂੰ ਨਹੀਂ ਵੀ ਸੀ ਸਮਝ, ਉਹ ਵੀ ਮੈਂ ਪੜ੍ਹਨ ਲੱਗ ਗਈ। ਅਤੇ ਇੱਕ ਉਹ ਸਾਹਿਤਕ ਮਾਹੌਲ ਮੈਨੂੰ ਵਿਰਸੇ 'ਚ ਮੇਰੇ ਫਾਦਰ ਤੋਂ ਮਿਲਿਆ। ਜੀ ਮੈਡਮ, ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਬਹੁਤ ਦੇਰ ਐਜ਼ ਏ ਟੀਚਰ ਜਾਂ ਐਜ਼ ਏ ਲੈਕਚਰਾਰ, ਉਸ ਤੋਂ ਬਾਅਦ ਐਜ਼ ਏ ਵਾਈਸ ਪ੍ਰਿੰਸੀਪਲ ਆਪਣੀ ਸੇਵਾ ਨਿਭਾਈ ਹੈ, ਕਿਹੋ ਜਿਹੇ ਅਨੁਭਵ ਰਹੇ? ਮੈਨੂੰ ਇਉਂ ਮਹਿਸੂਸ ਹੁੰਦਾ ਸੀ ਕਿ ਜਿਵੇਂ ਇਹ ਮੇਰੀ ਰੂਹ ਦੀ ਪੁਕਾਰ ਸੀ। ਜੀ। ਬੱਚਿਆਂ ਦੇ ਵਿੱਚ ਖਾਸ ਕਰਕੇ ਜਦੋਂ ਤੁਸੀਂ ਕਾਲਜ ਪੜ੍ਹਾ ਰਹੇ ਹੁੰਦੇ ਹੋ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਨਾ ਤੁਸੀਂ ਅੱਜ ਵੀ ਵਿਦਿਆਰਥੀ ਹੀ ਹੋ। ਜੀ। ਠੀਕ ਹੈ। ਟੀਨੇਜ ਬੱਚਿਆਂ ਦੇ ਵਿੱਚ ਰਹਿਣਾ, ਯੰਗ ਲੜਕੀਆਂ ਦੇ ਵਿੱਚ ਰਹਿਣਾ, ਉਹ 60 ਸਾਲ ਕਿਵੇਂ ਆ ਗਏ ਅਤੇ ਰਿਟਾਇਰਮੈਂਟ ਦਾ ਦਿਨ ਕਿਸ ਤਰ੍ਹਾਂ ਆ ਗਿਆ, ਪਤਾ ਹੀ ਨਹੀਂ ਲੱਗਿਆ। ਜੀ। ਵੀ ਉਹ ਇੰਨੇ ਇੰਟਰਸਟਿੰਗ ਦਿਨ ਰਹੇ ਸਾਰੇ ਦੀ ਸਾਰੀ। 33 ਸਾਲ ਦੀ ਮੇਰੀ ਜੋਬ, 32 ਸਾਲ ਮੈਂ ਖਾਲਸਾ ਕਾਲਜ 'ਚ ਲਗਾਇਆ, 1 ਸਾਲ ਮੈਂ ਰਾਮਗੜੀਆ ਕਾਲਜ 'ਚ ਲਗਾਇਆ। ਲੇਕਿਨ ਬੱਚਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਮੈਨੂੰ ਲੱਗਿਆ ਹੀ ਨਹੀਂ ਕਿ 60ਵਾਂ ਸਾਲ ਵੀ ਆ ਗਿਆ। ਜੀ। ਇਹ ਤਾਂ ਜਿਸ ਦਿਨ ਆਡੀਟੋਰੀਅਮ 'ਚ ਹੋ ਗਿਆ ਜੀ ਪਾਸੀ ਬਣਾਉਣ ਦੀ ਅੱਜ ਰਿਟਾਇਰਮੈਂਟ ਆ, ਉਦੋਂ ਮੈਨੂੰ ਅਹਿਸਾਸ ਹੋਇਆ ਵੀ ਸੱਚੀ 60 ਸਾਲ ਹੋ ਗਏ। ਉਹ ਮੈਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਫਸਟ ਡੇ ਮੈਂ ਕਾਲਜ ਦੇ ਵਿੱਚ ਜੁਆਇਨ ਕੀਤਾ ਅਤੇ ਜਿਸ ਤਰ੍ਹਾਂ ਲਾਸਟ ਡੇ ਮੈਂ ਉੱਥੋਂ ਅਲਵਿਦਾ ਲਈ, ਮੈਨੂੰ ਦੋਨੇ ਦਿਨ ਇੱਕੋ ਜਿਹੇ ਲੱਗਦੇ ਸੀ। ਜੀ। ਕਿਉਂਕਿ ਮੈਂ ਦਿਲੋਂ ਆਪਣੇ ਆਪ ਨੂੰ ਨਾ ਉਹ 60 ਇਅਰਸ ਵਾਲਾ ਮੈਂ ਹਜੇ ਸੋਚ ਨਹੀਂ ਸੀ ਸਕਦੀ। ਮੈਨੂੰ ਇਹ ਲੱਗਦਾ ਸੀ ਕਿ ਨਹੀਂ, ਮੈਂ ਤਾਂ ਹਜੇ ਕੱਲ੍ਹ ਹੀ ਆਈ ਸੀ। ਬਿਲਕੁਲ। ਜੀ। ਲੇਕਿਨ ਬਹੁਤ ਵੰਡਰਫੁਲ ਜਰਨੀ ਰਹੀ ਹੈ। ਜੀ। ਅੱਛਾ ਮੈਮ, ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਸੀਂ ਇੱਕ ਕਿਤਾਬ ਵੀ ਲਿਖੀ ਹੈ, ਮੇਰੇ ਕੋਲ ਤੁਹਾਡੀ ਕਿਤਾਬ ਹੈ, ਦਰਸ਼ਕਾਂ ਨੂੰ ਵੀ ਮੈਂ ਦਿਖਾਉਣਾ ਚਾਹਾਂਗੀ, ਸਵੀਕ੍ਰਿਤੀ, ਪਰਮਜੀਤ ਪਾਸੀ ਜੀ ਦੀ। ਮੈਡਮ, ਇਸ ਕਿਤਾਬ ਬਾਰੇ ਦੱਸੋ। ਇਸ ਕਿਤਾਬ ਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਨੂੰ ਦਰਸਾਇਆ ਹੈ ਕਿ ਤੁਹਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ ਕਿਤਾਬ? ਜੀ। ਇਹ ਪੁਸਤਕ ਜਿਵੇਂ ਆਪਾਂ ਕਹੋ ਕਿ ਜ਼ਿੰਦਗੀ 'ਚ ਸੁਨਾਮੀਆਂ ਆਈਆਂ, ਉਹਨਾਂ ਨੂੰ ਠਾਰਨ ਦਾ ਇੱਕ ਜ਼ਰੀਆ ਸੀ। ਜੀ।
ਮੇਰੀ ਜ਼ਿੰਦਗੀ ਦੇ ਕੌੜੇ ਕਸੈਲੇ ਅਨੁਭਵ, ਕੁਝ ਮਿੱਠੀਆਂ ਯਾਦਾਂ, ਕੁਝ ਬੱਚੀ ਦੀ ਦੇਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਪ੍ਰੋਬਲਮ ਤੋਂ ਬਾਅਦ ਦੂਜੀ ਆਉਣੀ, ਇਹਨਾਂ ਸਾਰੀਆਂ ਨੂੰ ਸਰ ਕਰਕੇ ਮੁੜ ਕੇ ਖੜੇ ਹੋਣ ਦੇ ਲਈ ਮੈਨੂੰ ਪ੍ਰੇਰਦੀਆਂ ਸੀ। ਅਤੇ ਜਦੋਂ ਉਹਨਾਂ ਸਾਰੀਆਂ ਪ੍ਰੋਬਲਮਸ ਦੇ ਵਿੱਚੋਂ ਨਿਕਲ ਕੇ ਮੈਂ ਦੁਬਾਰਾ ਆਪਣੇ ਆਪ ਨੂੰ ਇਉਂ ਮਹਿਸੂਸ ਕੀਤਾ ਕਿ ਨਹੀਂ ਪਰਮਜੀਤ ਤੂੰ ਹਾਰੀ ਨਹੀਂ, ਤਾਂ ਉਦੋਂ ਇਸ ਸਵੀਕ੍ਰਿਤੀ ਦਾ ਜਨਮ ਹੋਇਆ ਜੀ। ਇਸ ਦੇ ਵਿੱਚ ਹਰ ਤਰ੍ਹਾਂ ਦੇ ਅਨੁਭਵ ਨੇ, ਮੇਰੇ ਬਚਪਨ ਤੋਂ ਲੈ ਕੇ ਮੇਰੀ ਜਵਾਨੀ, ਮੇਰੇ ਕਾਲਜ ਦਾ ਜੀਵਨ, ਮੇਰੀ ਬੱਚੀ ਦਾ ਜਨਮ। ਮੈਡਮ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਸੁਨਾਮੀਆਂ ਆਈਆਂ। ਇੱਕ ਸੁਨਾਮੀ 'ਤੇ ਹੀ ਠੱਲ ਪਾਣੀ ਬਹੁਤ ਔਖੀ ਹੁੰਦੀ ਹੈ। ਬਹੁਤ ਸਾਰੀਆਂ ਸੁਨਾਮੀਆਂ ਦੀ ਗੱਲ ਕੀਤੀ ਹੈ। ਕਿਹੋ ਜਿਹੇ ਹਾਲਾਤ ਸੀ ਜ਼ਿੰਦਗੀ ਦੇ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਉਹਨਾਂ ਔਖੇ ਪਲਾਂ ਨੂੰ ਸੁਨਾਮੀਆਂ ਦਾ ਨਾਂ ਦੇਣਾ ਪਿਆ? ਦੇਖੋ ਜੀਵਨ ਜਦੋਂ ਸੋਚਦੇ ਹਾਂ ਬਚਪਨ ਤੋਂ ਲੈ ਕੇ ਨਾ, ਸਾਨੂੰ ਇਉਂ ਲੱਗਦਾ ਹੁੰਦਾ ਕਿ ਮਾਂ ਬਾਪ ਵਾਂਗੂ ਹੀ ਉਸ ਤਰ੍ਹਾਂ ਦਾ ਹੀ ਪਿਆਰ, ਉਸ ਤਰ੍ਹਾਂ ਦੇ ਹੀ ਅਨੁਭਵ ਤੁਹਾਨੂੰ ਅਗਲੇ ਘਰ ਵੀ ਮਿਲਣਗੇ। ਜਦੋਂ ਉੱਥੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੇ ਵਿਚਾਰਾਂ ਦਾ ਤਕਰਾਰ ਹੈ ਜਾਂ ਸਾਡੀ ਪਰਵਰਿਸ਼ ਦਾ ਫਰਕ ਹੈ ਉਸ ਦੇ ਵਿੱਚ, ਲੇਕਿਨ ਉਹਨੂੰ ਨਿਭਾਉਣਾ ਵੀ ਹੈ। ਇਹ ਵੀ ਨਹੀਂ ਕਿ ਉਹਨੂੰ ਅਸੀਂ ਭਾਂਜਵਾਦੀ ਰੁਚੀ ਦੇ ਨਾਲ ਸਾਰਾ ਕੁਝ ਛੱਡ ਦੇਈਏ। ਸਟਰਗਲ ਵੀ ਕਰਨੀ ਆ, ਔਰ ਸਟਰਗਲ ਤਦ ਤੱਕ ਕਰਨੀ ਆ ਜਦੋਂ ਤੱਕ ਕਿ ਦਮ ਹੈ। ਉਸ ਦਮ ਤੱਕ ਮੈਂ ਉਸ ਸਟਰਗਲ ਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਵਾਰ 10 ਸਾਲ ਲਗਾਤਾਰ ਉਸ ਸੁਨਾਮੀਆਂ ਨੂੰ ਮੈਂ ਪਾਰ ਕਰਦੀ ਗਈ ਅਤੇ ਹੁੰਦੀਆਂ ਰਹੀਆਂ। ਮੈਨੂੰ ਇਉਂ ਨਹੀਂ ਲੱਗਿਆ, ਮੈਨੂੰ ਤਾਂ ਸਗੋਂ ਦੀ ਜਿਵੇਂ ਕਹਿੰਦੇ ਨਾ ਵੀ ਸਵਾਦ ਆਉਣ ਲੱਗ ਗਿਆ ਸੀ ਵੀ ਅੱਛਾ ਆਹ ਗੱਲ ਇੱਦਾਂ ਹੋ ਗਈ ਸੀ, ਇਹ ਤਾਂ ਠੀਕ ਹੋ ਗਈ ਸੀ। ਮੈਨੂੰ ਤਾਂ ਇਉਂ ਅਨੁਭਵ ਹੋਣ ਲੱਗ ਗਿਆ ਸੀ। ਲੇਕਿਨ ਉਹ ਇੱਕ ਵਾਰੀ ਜਿਵੇਂ ਕਹੋ ਨਾ ਵੀ ਸਹਿਣ ਸ਼ਕਤੀ ਦੀ ਵੀ ਕੋਈ ਹੱਦ ਹੁੰਦੀ ਆ। ਬਿਲਕੁਲ। ਲੇਕਿਨ ਪਰ ਮੈਂ ਹਾਰੀ ਨਹੀਂ ਉਹਨਾਂ ਸੁਨਾਮੀਆਂ ਤੋਂ। ਉਹਨਾਂ ਸੁਨਾਮੀਆਂ ਨੇ ਮੈਨੂੰ ਬਹੁਤ ਸਬਕ ਦਿੱਤੇ ਨੇ, ਬੜਾ ਸਿਦਕ ਦਿੱਤਾ, ਬੜਾ ਸਬਰ ਦਿੱਤਾ, ਅਤੇ ਸ਼ਾਇਦ ਉਸੇ ਸਦਕਾ ਮੈਂ ਇੰਨੀ ਸੰਤੁਸ਼ਟੀ ਨਾਲ ਕਾਲਜ ਜਾਂਦੀ ਸੀ। ਇੰਨਾ ਕੁਛ ਹੰਢਾ ਕੇ ਕਾਲਜ ਮੈਨੂੰ ਨਹੀਂ ਲੱਗਦਾ ਕਦੇ ਕਿਸੇ ਨੂੰ ਮਹਿਸੂਸ ਹੋਇਆ ਹੋਊਗਾ ਕਿ ਪਾਸੇ ਮੈਨੂੰ ਕਿਹੜੇ ਹਾਲਾਤਾਂ ਦੇ ਵਿੱਚੋਂ ਆਏ ਨੇ। ਮੈਨੂੰ ਐਂ ਲੱਗਦਾ ਸੀ ਨਹੀਂ, ਲਾਈਫ ਬਹੁਤ ਖੂਬਸੂਰਤ ਹੈ। ਉਹ ਘਰ ਸੀ, ਇਹ ਕਾਲਜ ਹੈ ਜੀ, ਇਹ ਮੇਰੇ ਬੱਚੇ ਨੇ, ਇਹਨਾਂ ਨੂੰ ਮੈਂ ਰੋਕ ਕੇ ਥੋੜ੍ਹੀ ਦਿਖਾਉਣਾ ਹੀ ਆ। ਵਾਹ, ਇਹ ਬੱਚੇ ਮੇਰੇ ਤੋਂ ਕੀ ਸਿੱਖਣਗੇ? ਨਹੀਂ, ਉਹਨਾਂ ਸੁਨਾਮੀਆਂ ਨੂੰ ਠੱਲ ਪਾਉਣ ਵਾਸਤੇ ਇਹ ਬੱਚੇ ਤਾਂ ਰੱਬ ਨੇ ਮੇਰੀ ਝੋਲੀ ਦੇ ਵਿੱਚ ਪਰੋਸੇ ਨੇ ਵੀ ਲੈ ਤੂੰ ਖੁਸ਼ੀਆਂ ਲੈ ਲਾ। ਅਤੇ ਕਾਲਜ ਆ ਕੇ ਮੈਂ ਸਭ ਕੁਛ ਭੁੱਲ ਜਾਂਦੀ ਸੀ ਜੀ। ਮੈਮ ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰ ਦੇ ਹਾਲਾਤ ਬਹੁਤੇ ਸੁਖਾਵੇਂ ਨਹੀਂ ਸਨ, ਬਹੁਤ ਸਾਰੀਆਂ ਮੁਸ਼ਕਿਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਸੀ। ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ, ਕੁੜੀਆਂ ਹਨ ਜਿਨ੍ਹਾਂ ਦੇ ਘਰ ਦੇ ਹਾਲਾਤ ਸੁਖਾਵੇਂ ਨਹੀਂ ਹੁੰਦੇ, ਕਈ ਵਾਰੀ ਵਿਆਹ ਤੋਂ ਪਹਿਲਾਂ ਵੀ ਅਤੇ ਕਈ ਵਾਰੀ ਵਿਆਹ ਤੋਂ ਬਾਅਦ ਵੀ। ਉਹਨਾਂ ਹਾਲਾਤਾਂ ਵਿੱਚ ਕਈ ਵਾਰੀ ਔਰਤ ਟੁੱਟਦੀ ਵੀ ਹੈ। ਜਦੋਂ ਔਰਤ ਟੁੱਟਦੀ ਹੈ, ਖਾਸ ਕਰਕੇ ਮਾਨਸਿਕ ਤੌਰ 'ਤੇ, ਜਦੋਂ ਉਸਨੂੰ ਹੁੰਗਾਰਾ ਨਹੀਂ ਮਿਲਦਾ ਆਪਣੇ ਪਰਿਵਾਰ ਤੋਂ ਜਾਂ ਉਹ ਸਥਾਨ ਨਹੀਂ ਮਿਲਦਾ ਜਿਸ ਦੀ ਉਹ ਹੱਕਦਾਰ ਹੁੰਦੀ ਹੈ, ਉਸ ਸਮੇਂ ਕਿਵੇਂ ਆਪਣੇ ਦਿਲ ਨੂੰ ਸਮਝਾਈਦਾ ਵੀ ਨਹੀਂ, ਅੱਗੇ ਵਧੀਦਾ ਹੁੰਦਾ ਹੈ, ਇਹਨਾਂ ਚੀਜ਼ਾਂ ਨੂੰ ਇਗਨੋਰ ਕਰੀਦਾ ਹੈ? ਉਹਨਾਂ ਕੁੜੀਆਂ ਦੇ ਲਈ ਇੱਕ ਸੁਨੇਹਾ ਬਣਦਾ ਹੈ ਤੁਹਾਡਾ। ਹਾਂ, ਮੈਂ ਇਹ ਗੱਲ ਜ਼ਰੂਰ ਆਪਣੇ ਖਾਸ ਤੌਰ 'ਤੇ ਬੱਚੀਆਂ ਦੇ ਵਰਗ ਨੂੰ ਜ਼ਰੂਰ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ। ਇਸ ਦੇ ਅੱਗੇ ਜੇ ਆਪਾਂ ਕਹਿ ਦਈਏ ਵੀ ਗੋਡੇ ਟੇਕਤੇ ਅਤੇ ਹੁਣ ਅਗਾਂਹ ਅਸੀਂ ਵਧ ਹੀ ਨਹੀਂ ਸਕਦੇ, ਅਜਿਹਾ ਨਹੀਂ ਹੁੰਦਾ। ਆਰਥਿਕਤਾ ਸਾਡੇ ਜੀਵਨ ਦਾ ਆਧਾਰ ਹੈ, ਅਤੇ ਜੇ ਤੁਸੀਂ ਆਰਥਿਕ ਤੌਰ ਦੇ ਉੱਤੇ ਇੰਨੇ ਕੁ ਸੰਪੰਨ ਹੋ, ਤੁਸੀਂ ਆਪਣਾ ਜੀਵਨ ਆਪ ਚਲਾ ਸਕਦੇ ਹੋ, ਤਾਂ ਮੈਨੂੰ ਲੱਗਦਾ ਕਿ ਸਮਾਜ ਦੀਆਂ ਬਹੁਤ ਸਾਰੀਆਂ ਔਕੜਾਂ ਤਾਂ ਇੱਥੇ ਹੀ ਹੱਲ ਹੋ ਜਾਂਦੀਆਂ ਨੇ ਜੀ। ਇਸ ਕਰਕੇ ਬੱਚੀਆਂ ਨੂੰ ਚਾਹੀਦਾ ਕਿ ਜਿਹੜਾ ਵੀ ਮੌਕਾ ਉਹਨਾਂ ਨੂੰ ਮਿਲਦਾ ਉਹਨੂੰ ਕੈਸ਼ ਕਰਨ। ਜ਼ਰੂਰੀ ਨਹੀਂ ਹੈ ਕਿ ਡਿਗਰੀਆਂ ਬਹੁਤ ਵੱਡੀਆਂ ਲੈਣੀਆਂ ਨੇ, ਛੋਟੀ ਡਿਗਰੀ ਦੇ ਨਾਲ ਬੱਚੇ ਨਾਲ ਪੜ੍ਹਦੇ ਨੇ, ਨਾਲ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਔਨਲਾਈਨ ਬਹੁਤ ਸੋਹਣਾ ਸਿਸਟਮ ਚੱਲੇ ਹੋਏ ਨੇ, ਬਹੁਤ ਕੁਝ ਬੱਚੇ ਕਰ ਸਕਦੇ ਆ। ਸੋ ਆਰਥਿਕਤਾ ਮੂਲ ਆਧਾਰ ਹੈ, ਅਤੇ ਜਿਹੜੀ ਕਿ ਹਰ ਔਰਤ ਨੂੰ ਆਰਥਿਕ ਤੌਰ 'ਤੇ ਸੰਪੰਨ ਹੋਣਾ ਬਹੁਤ ਜ਼ਰੂਰੀ ਹੈ। ਜੇ ਉਹ ਹੈ ਅਤੇ ਫਿਰ ਉਸ ਪਰਮਾਤਮਾ ਦੀ ਦਇਆ ਨਾਲ ਸਾਰੀਆਂ ਮੁਸੀਬਤਾਂ ਦਾ ਤਾਂ ਆਪ ਹੀ ਬੋਝ ਲੈਂਦਾ ਜੀ। ਬਹੁਤ ਖੂਬ, ਫਿਰ ਨਹੀਂ ਸਮੱਸਿਆ ਆਉਂਦੀ ਕੋਈ ਜੀ। ਮੈਡਮ ਇਹ ਪੁੱਛਣਾ ਚਾਹਾਂਗੇ ਕਿ ਜਿੰਨਾ ਕੁ ਅਸੀਂ ਤੁਹਾਡੇ ਬਾਰੇ ਜਾਣਿਆ ਹੈ ਕਿ ਤੁਹਾਨੂੰ ਸਰੀਰਕ ਤੌਰ 'ਤੇ ਉੱਤੇ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕੀ ਉਹ ਮੁਸ਼ਕਿਲਾਂ ਸਨ? ਕਿਹੋ ਜਿਹਾ ਦੌਰ ਸੀ? ਉਸ ਦੌਰ ਦੇ ਵਿੱਚ ਫਿਰ ਪਰਮਜੀਤ ਪਾਸੀ ਨੇ ਆਪਣੇ ਆਪ ਨੂੰ ਕਿਵੇਂ ਸੰਭਾਲਿਆ?
ਹਾਂ, ਕੁਝ ਅਜਿਹੇ ਹਾਲਾਤ ਪੈਦਾ ਹੋਏ, ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਨੀਰੋ ਦਾ ਅਟੈਕ ਹੋਇਆ। ਨੀਰੋ ਦੇ ਅਟੈਕ ਨੇ ਮੇਰੀ ਲੈਫਟ ਸਾਈਡ ਦੀ ਬੋਡੀ ਬਿਲਕੁਲ ਖੜ ਗਈ ਸੀ ਜੀ, ਔਰ ਆਲਮੋਸਟ 6 ਮਹੀਨੇ ਮੈਂ ਬੈੱਡ ਰਿਟਨ ਹੀ ਰਹੀ ਹਾਂ। ਦੀਪਕ ਹਸਪੀਟਲ ਦੇ ਵਿੱਚ ਰਹੀ, ਉੱਥੋਂ ਜਵਾਬ ਮਿਲ ਗਿਆ। ਫਿਰ ਬ੍ਰਦਰ ਭਾਬੀ ਮੇਰੇ ਪੇਰੈਂਟਸ ਗੰਗਾ ਰਾਮ ਹਸਪੀਟਲ ਲੈ ਕੇ ਜਾਣ ਦੀ ਤਿਆਰੀ 'ਚ ਸਨ, ਅਤੇ ਉਸੇ ਰਾਤ ਕੁਦਰਤ ਦਾ ਕੋਈ ਕ੍ਰਿਸ਼ਮਾ ਇਹੋ ਜਿਹਾ ਵਾਪਰਿਆ ਕਿ ਜਿਹੜੇ ਡਾਕਟਰਸ ਜਵਾਬ ਦੇ ਚੁੱਕੇ ਸੀ, ਜਦੋਂ ਮੇਰੀ ਬੇਟੀ ਮੈਨੂੰ ਆ ਕੇ ਆਵਾਜ਼ ਮਾਰਦੀ ਸੀ ਮੰਮਾ ਮੰਮਾ ਕਹਿ ਕੇ, ਤਾਂ ਮਸ਼ੀਨਸ ਚੱਲਣ ਲੱਗ ਗਿਆ। ਅੱਛਾ। ਅਤੇ ਡਾਕਟਰਸ ਵੀ ਬੜੇ ਹੈਰਾਨ ਸੀ। ਡਾਕਟਰ ਧਨੂਕਾ ਮੇਰਾ ਇਲਾਜ ਕਰਦੇ ਸੀ, ਉਹ ਵੀ ਹੈਰਾਨ ਸੀ। ਉਹ ਮੈਨੂੰ ਕਿਹਾ ਕਰਦੇ ਸੀ ਕਿ ਤੇਰੀ ਅਸਲੀ ਡਾਕਟਰ ਤਾਂ ਰਾਬੀਆ ਹੀ ਆ। ਸੋ ਉੱਥੋਂ ਚਲੋ ਦਾਤੇ ਦੀ ਮਿਹਰ ਕਿ ਰਿਕਵਰੀ ਹੋਣ ਲੱਗ ਗਈ। 6 ਮਹੀਨੇ ਤੱਕ ਮੈਂ ਬਿਲਕੁਲ ਸਟਿਲ ਸੀ। ਅੱਛਾ। ਮੇਰੇ ਫਾਦਰ ਫਿਜ਼ੀਓਥੈਰੇਪੀ ਦੇ ਵਿੱਚ ਮੇਰੀ ਮਦਦ ਕਰਿਆ ਕਰਦੇ ਸੀ, ਮੇਰੀ ਭਾਬੀ ਜੀ ਮੇਰੀ ਟੇਕ ਕੇਅਰ ਕਰਦੇ ਸੀ। ਚਲੋ ਸਭ ਕੁਛ ਠੀਕ ਹੋ ਗਿਆ, ਬੋਡੀ ਠੀਕ ਹੋ ਗਈ। ਫਿਰ ਮੈਂ ਵਾਕਰ ਦੇ ਨਾਲ ਕਾਲਜ ਜਾਣਾ ਸ਼ੁਰੂ ਕਰਤਾ। ਅੱਛਾ। ਤਕਰੀਬਨ 1 ਸਾਲ ਮੈਂ ਕਾਲਜ ਨਹੀਂ ਗਈ। ਅੱਛਾ। ਉਸ ਦੌਰਾਨ ਕਿਹੜੀ ਵਿਲ ਪਾਵਰ ਕੰਮ ਕਰ ਰਹੀ ਸੀ, ਕਿਹੜੀਆਂ ਪਰਮਾਤਮਾ ਦੀਆਂ ਦੁਆਵਾਂ ਕੰਮ ਕਰ ਰਹੀਆਂ ਸਨ, ਜਾਂ ਮੇਰੀ ਬੱਚੀ ਦਾ ਪਿਆਰ ਕੰਮ ਕਰ ਰਿਹਾ ਸੀ ਜੀ, ਜਿਸ ਦੇ ਵਿੱਚੋਂ ਨਿਕਲ ਕੇ ਮੈਂ ਅੱਜ ਤੁਹਾਡੇ ਸਾਹਮਣੇ ਬੈਠੀ ਹਾਂ। ਮੈਨੂੰ ਲੱਗਦਾ ਕਿ ਸੰਜਾਜੀ ਵੀ ਨਹੀਂ ਹੋ ਰਿਹਾ ਹੋਏਗਾ ਕਿ ਮੈਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਨਿਕਲੀ ਹਾਂ, ਜਾਂ ਮੇਰੇ 'ਤੇ ਫਿਜ਼ੀਕਲ ਮੈਂਟਲ ਸਟਰੈਸ ਹੈ ਨਾ। ਪਰ ਨਹੀਂ, ਉਹ ਸਾਰਾ ਕੁਝ ਠੀਕ ਹੋ ਗਿਆ, ਕਿਉਂਕਿ ਮੈਨੂੰ ਐਂ ਲੱਗਦਾ ਵੀ ਪਿਆਰ ਦੇ ਵਿੱਚ ਬਹੁਤ ਵੱਡੀ ਤਾਕਤ ਹੈ। ਬਿਲਕੁਲ। ਮੈਨੂੰ ਜਦੋਂ ਰਾਬੀਆ ਆ ਕੇ ਆਵਾਜ਼ ਮਾਰਦੀ ਸੀ, ਮੈਨੂੰ ਹੋਰ ਕੁਝ ਨਹੀਂ ਸੀ ਪਤਾ ਹੁੰਦਾ, ਲੇਕਿਨ ਮੈਨੂੰ ਉਹਦੇ 5 ਵਜੇ ਦਾ ਪਤਾ ਹੁੰਦਾ ਸੀ ਵੀ ਹੁਣ ਸਕੂਲ ਤੋਂ ਆਊਗੀ ਅਤੇ ਆ ਕੇ ਆਵਾਜ਼ ਮਾਰੇਗੀ। ਅੱਛਾ ਜੀ। ਅਤੇ ਉਸ ਆਵਾਜ਼ ਨੇ, ਪੇਰੈਂਟਸ ਦੇ ਪਿਆਰ ਨੇ, ਭਰਜਾਈ ਦੀ ਸੁਹਿਰਦਤਾ ਨੇ ਮੈਨੂੰ ਬਿਲਕੁਲ ਠੀਕ ਕਰਤਾ ਜੀ। ਤੁਸੀਂ ਹੁਣੇ ਨਾਮ ਲਿਆ ਕਿ ਭਰਜਾਈ ਦੀ ਸੁਹਿਰਦਤਾ ਨੇ ਕਾਫੀ ਤੁਹਾਨੂੰ ਠੀਕ ਕੀਤਾ, ਯਾਨੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਔਖੇ ਸਮੇਂ ਦੇ ਵਿੱਚ ਭਰਜਾਈ ਦੀ ਇੱਕ ਮਹੱਤਵਪੂਰਨ ਭੂਮਿਕਾ ਰਹੀ ਹੈ। ਮੈਂ ਇਸ ਸਵਾਲ ਇਸ ਲਈ ਪੁੱਛ ਰਹੀ ਹਾਂ ਕਿਉਂਕਿ ਅਕਸਰ ਹੀ ਨਾ ਨਨਾਣ ਭਰਜਾਈ ਦੇ ਰਿਸ਼ਤਿਆਂ ਨੂੰ ਥੋੜ੍ਹਾ ਜਿਹਾ ਕਸੈਲਾ ਜਿਹਾ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਥੋੜ੍ਹਾ ਜਿਹਾ ਸੁਖਾਵਾਂ ਨਹੀਂ ਹੁੰਦਾ, ਅਤੇ ਭਰਜਾਈ ਅਤੇ ਜਿਹੜੀ ਨਨਾਣ ਹੁੰਦੀ ਆ ਉਹ ਭੈਣਾਂ ਬਣ ਕੇ ਨਹੀਂ ਰਹਿ ਸਕਦੀਆਂ। ਥੋੜ੍ਹਾ ਜਿਹਾ ਦੱਸੋ ਕਿ ਤੁਹਾਡਾ ਉਹਨਾਂ ਦੇ ਨਾਲ ਇੰਨਾ ਵਧੀਆ ਰਿਸ਼ਤਾ ਬਣਨ ਦਾ ਆਧਾਰ ਕੀ ਹੈ? ਮੇਰਾ ਬ੍ਰਦਰ ਮੇਰੇ ਤੋਂ ਛੋਟਾ ਜੀ, ਮੇਰੇ ਤੋਂ 3 ਮਹੀਨੇ ਬਾਅਦ ਉਹਦਾ, ਮੇਰੇ ਵਿਆਹ ਤੋਂ 3 ਮਹੀਨੇ ਬਾਅਦ ਉਹਦਾ ਵਿਆਹ ਹੋਇਆ ਸੀ ਜੀ। ਅਤੇ ਭਾਬੀ ਦੇ ਆਉਂਦਿਆਂ ਹੀ ਮੈਨੂੰ ਐਂ ਲੱਗਿਆ ਸੀ ਵੀ ਇਹ ਭਰਜਾਈ ਨਹੀਂ ਹੈ, ਮੇਰੀ ਭੈਣ ਹੈ ਜੀ। ਔਰ ਉਹਨਾਂ ਨੇ ਵੀ ਇਸ ਰਿਸ਼ਤੇ ਨੂੰ ਇੰਨੀ ਖੂਬਸੂਰਤੀ ਨਾਲ, ਮੇਰੀਆਂ ਮੁਸ਼ਕਿਲਾਂ ਨੂੰ, ਮੇਰੇ ਪਿਆਰ ਨੂੰ, ਹਰ ਚੀਜ਼ ਨੂੰ ਉਹਨੇ ਇੰਨੀ ਚੰਗੀ ਤਰ੍ਹਾਂ ਨਾਲ ਸਮਝਿਆ ਵੀ ਉਹ ਮੈਨੂੰ ਭਰਜਾਈ ਲੱਗੀ ਨਹੀਂ ਕਦੇ। ਉਹਦੇ ਵਿੱਚੋਂ ਤਾਂ ਮੈਨੂੰ ਆਪਣੀ ਮਾਂ ਦਿਸਦੀ ਆ। ਵਾਹ ਜੀ। ਉਹ ਮਤਲਬ ਮੇਰੇ ਦਿਮਾਗ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੋਵੇ ਉਹਨੂੰ ਪਹਿਲਾਂ ਪਤਾ ਹੁੰਦੀ ਆ। ਅੱਛਾ। ਮੇਰੀ ਬੱਚੀ ਦਾ ਵਿਆਹ ਹੋਇਆ, ਜਿਵੇਂ ਉਹ ਮੇਰੇ ਨਾਲ ਸਟੈਂਡ ਕਰਕੇ ਰਹੇ ਨੇ, ਮੈਨੂੰ ਐਂ ਲੱਗਦਾ ਸੀ ਵੀ ਜਿਵੇਂ ਮੈਂ ਕਿਸੇ ਦੇ ਵਿਆਹ 'ਤੇ ਆਈ ਹੋਈ ਹਾਂ। ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਸਾਰਾ ਕੁਛ ਇੰਨੀ ਵਧੀਆ ਤਰ੍ਹਾਂ ਨਾਲ, ਇਹ ਸਾਰਾ ਭਰਾ ਭਰਜਾਈ ਦਾ ਸਹਿਯੋਗ ਔਰ ਮੇਰੇ ਮਾਂ ਬਾਪ ਦਾ ਸਹਿਯੋਗ, ਇਹ ਸਾਰਾ ਕੁਛ ਬਹੁਤ ਵਧੀਆ ਹੋਇਆ ਜੀ। ਔਰ ਇਹਦੇ 'ਚ ਥੰਮ ਵਰਗਾ ਇੱਕ ਜਿਹੜਾ ਆਪਾਂ ਕਹਿੰਦੇ ਹਾਂ ਰੋਲ, ਉਹ ਮੇਰੀ ਭਰਜਾਈ ਦਾ ਜੀ। ਉਹਨੇ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ ਜੀ। ਸੋ ਮੈਨੂੰ ਲੱਗਦਾ ਕਿ ਪ੍ਰਮਾਤਮਾ ਕਰੇ ਇਹੋ ਜਿਹੀਆਂ ਭਰਜਾਈਆਂ ਹਰ ਕੁੜੀ ਨੂੰ ਮਿਲਣ। ਵਾਹ ਜੀ, ਬਹੁਤ ਖੂਬ। ਮੈਮ, ਹੁਣ ਤੁਹਾਡੀ ਕਿਤਾਬ ਵੱਲ ਚੱਲਦੇ ਹਾਂ। ਤੁਹਾਡੇ ਤੋਂ ਕੁਝ ਕਵਿਤਾ ਦੇ ਅੰਸ਼ ਸੁਣਨਾ ਚਾਹੁੰਦੇ ਹਾਂ ਜੀ, ਖਾਸ ਕਰਕੇ ਉਹ ਕਵਿਤਾ ਜੋ ਤੁਹਾਡੇ ਦਿਲ ਦੇ ਬੇਹੱਦ ਹੀ ਕਰੀਬ ਹੈ, ਜੋ ਅਕਸਰ ਹੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਰੂਹ ਦੀ, ਤੁਹਾਡੇ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ, ਜਿਹਨੂੰ ਸੁਣ ਕੇ ਅਸੀਂ ਪਰਮਜੀਤ ਪਾਸੀ ਦੇ ਦਿਲ ਨੂੰ, ਉਹਨਾਂ ਦੇ ਜਜ਼ਬਾਤਾਂ ਨੂੰ ਸਮਝ ਸਕੀਏ ਜੀ। ਸਵੀਕ੍ਰਿਤੀ ਦੇ ਵਿੱਚ ਜਿੰਨੀਆਂ ਵੀ ਰਚਨਾਵਾਂ ਨੇ, ਇਹ ਖੁਦ ਦੇ ਹੰਢਾਏ ਹੋਏ ਸੰਤਾਪ ਨੇ। ਅਤੇ ਇਹਦੇ ਵਿੱਚ ਆਲਣਾ ਨਾਂ ਦੀ ਇੱਕ ਕਵਿਤਾ, ਜਿਸ ਨੂੰ ਮੈਂ ਆਪਣੇ ਦਿਲ ਦੇ ਬਹੁਤ ਕਰੀਬੀ ਸਮਝਦੀ ਹਾਂ, ਅਤੇ ਇਹ ਬੁੱਕ ਵੀ ਮੈਂ ਰਾਬੀਆ ਨੂੰ ਹੀ ਸਮਰਪਿਤ ਕੀਤੀ ਹੋਈ ਆ ਜੀ। ਨੀ ਸਈਓ ਅੱਜ ਹਾਰ ਗਈ ਮੈਂ ਟੂਣੇ ਟਾਮਣ ਕਰਕੇ, ਕੋਈ ਛੱਡਿਆ ਨਹੀਂ ਕੁਛ ਵੀ, ਜਿਵੇਂ ਕਿਸੇ ਨੇ ਕਿਹਾ ਕਰਨ ਦੀ ਕੋਸ਼ਿਸ਼ ਕੀਤੀ।
ਅੰਦਰ ਧੁਖਦੀ ਆਤਮ ਛੋਹ ਨੇ, ਆਤਮ ਛੋਹ ਮੇਰੀ ਆਤਮਾ ਨੂੰ, ਜਿਹੜੀ ਮੇਰੀ ਐਗਜ਼ਿਸਟੈਂਸ ਨੂੰ ਜਿਹੜੀ ਫੀਲ ਹੁੰਦੀ ਸੀ, ਅੰਦਰ ਧੁਖਦੀ ਆਤਮ ਛੋਹ ਨੇ ਇਸ ਸੱਚ ਤੋਂ ਪਰਦਾ ਲਾਇਆ। ਤੇ ਫਿਰ ਮੈਨੂੰ ਨਾ ਯਾਦ ਆਇਆ, ਕਿਉਂਕਿ ਮੇਰੀ PhD ਸੂਫੀਜ਼ਮ ਤੇ ਆ। ਬੁੱਲੇ ਸ਼ਾਹ ਹੁਸੈਨ ਜੀ, ਇਹ ਮੈਂ ਪੜ੍ਹਦੀ ਸੀ। ਬੁੱਲੇ ਸ਼ਾਹ ਦਾ ਸੱਚ ਸੁਣਾਇਆ, ਸਮਝ ਮੈਨੂੰ ਅੱਜ ਆਇਆ। ਇਹ ਕਿਤਾਬੀ ਵਿੱਦਿਆ ਤੇ ਉਦੋਂ ਨਹੀਂ ਸੀ ਇੰਨੀ ਸਮਝ ਆਉਂਦੀ ਹੁੰਦੀ, ਜਦੋਂ ਜੀਵਨ ਦੇ ਉੱਤੇ ਇਹਨੂੰ ਅਸੀਂ ਢਾਲਿਆ ਨਾ, ਸਮਝ ਤਾਂ ਉਦੋਂ ਆਇਆ। ਘੁੰਗਟ ਚੁੱਕ ਉਹ ਸੱਜਣਾ, ਅੱਜ ਸ਼ਰਮਾਂ ਕਾਹਨੂੰ ਰੱਖੀਆਂ। ਮੈਂ ਇੱਥੇ ਪਹੁੰਚ ਗਈ ਫਿਰ। ਚੀਕਾਂ ਕੂਕਾਂ ਤੇ ਫਰਿਆਦਾਂ ਜੋ ਸਨ ਅੰਦਰ ਡੱਕੀਆਂ, ਪਾੜ ਧਰਤ ਅੱਜ ਬਾਹਰ ਆਈਆਂ, ਮੁੜ ਅੰਦਰ ਗਈਆਂ ਨਾ ਡੱਕੀਆਂ। ਜਿਵੇਂ ਲਾਵਾ ਹੁੰਦਾ ਨਾ ਜ਼ਮੀਨ ਦੇ ਵਿੱਚ, ਤੇ ਜਿੱਥੇ ਫਿਰ ਵੀਕ ਧਰਤੀ ਹੋਵੇ ਉਹਦੇ ਵਿੱਚੋਂ ਫਿਰ ਲਾਵਾ ਨਿਕਲ ਜਾਂਦਾ, ਤੇ ਨਿਕਲ ਕੇ ਉਹ ਇੰਨਾ ਗਰਮ ਲਾਵਾ ਟਾਈਮ ਦੇ ਨਾਲ ਉਹ ਉੱਥੇ ਜੰਮ ਜਾਂਦਾ, ਫਿਰ ਉਹਨੂੰ ਕੋਈ ਹਿਲਾ ਨਹੀਂ ਸਕਦਾ। ਜੀ, ਮੈਂ ਲੱਖ ਉਸ ਤੇ ਤਰਲੇ ਪਾਵਾਂ, ਭੂਤ ਨੂੰ ਗੁੱਠੇ ਲਾਵਾਂ। ਬੜੇ ਤਰਲੇ ਪਾਏ, ਕਿਹਾ ਕਿ ਪਾਸਟ ਕੁਛ ਨਹੀਂ ਸੀ, ਛੱਡੋ ਪਰਾਂ। ਵੇਖ ਫੋਲ ਫੋਲ ਕੇ ਡਿੱਠਾ ਸਈਓ ਨੀ, ਮੈਂ ਕੀ ਹਾਲ ਸੁਣਾਵਾਂ। ਬੋਟ ਉਡਾਰੀ ਮਾਰ ਗਿਆ, ਆਲਣਾ ਤੀਲੇ ਤੀਲੇ ਹੋਇਆ। ਇੱਕ ਤੀਲਾ ਨਵਾਂ ਚੁਣ ਸਈਓ ਨੀ, ਮੈਂ ਮੁੜ ਕੇ ਵੋਟ ਬਸਾਵਾਂ। ਇਹ ਛੋਟੀ ਜਿਹੀ ਬੱਚੀ ਵੋਟ ਵਰਗੀ ਸੀ ਜਦੋਂ ਅਸੀਂ ਵਰਕਿੰਗ ਵਿਮਨ ਹੋਸਟਲ 'ਚ ਗਏ। ਜੀ, ਉਸੇ ਖਾਤਰ ਜੀਵਾਂ ਸਈਓ, ਅੱਜ ਧਰਤੀ ਪੈਰ ਨਾ ਲਾਵਾਂ। ਇਸ ਵੋਟ ਮੇਰੀ ਬਦਲੀ ਕਾਇਆ ਨੀ ਸਈਓ, ਮੈਂ ਇਸ ਵੋਟ ਦੀ ਛਾਇਆ। ਇਸ ਵੋਟ ਨੇ ਮੈਨੂੰ ਨਵੇਂ ਸਿਰੋਂ ਜੀਵਨ ਜਿਉਣ ਦੇ ਲਈ ਇੰਨੀ ਹੱਲਾਸ਼ੇਰੀ ਦਿੱਤੀ ਕਿ ਮੰਮਾ ਗੱਲ ਹੀ ਕੁਛ ਨਹੀਂ, ਚਲੋ। ਕਿਆ ਬਾਤ ਹੈ। ਤੇ ਮੁੜ ਕੇ ਨਵਾਂ ਰਹਿਣ ਵਸੇਰਾ ਬਣਿਆ, ਨਵਾਂ ਸਭ ਕੁਛ ਹੋਇਆ, ਤੇ ਜੀਵਨ ਬਹੁਤ ਖੂਬਸੂਰਤ ਬਣਿਆ। ਜੀ, ਸੋ ਇਹ ਰਚਨਾ ਮੈਨੂੰ ਬਹੁਤ ਚੰਗੀ ਲੱਗਦੀ ਹੈ ਜੀ, ਜਿਹਦੇ ਵਿੱਚ ਮੈਨੂੰ ਇੱਦਾਂ ਲੱਗਦਾ ਵੀ ਪ੍ਰੇਰਨਾ ਸਰੋਤ ਨੇ ਮੈਨੂੰ ਮੁੜ ਕੇ ਉਠਾਲ ਲਿਆ। ਬਿਲਕੁਲ। ਸੋ ਇਸ ਕਰਕੇ ਮੈਨੂੰ ਮੈਂ ਬਹੁਤ ਦਿਲ ਦੇ ਕਰੀਬੀ ਲੱਗਦੀ ਹੈ। ਅਤੇ ਜਿਸ ਦਿਨ ਮੇਰੀ ਰਿਟਾਇਰਮੈਂਟ ਹੋਈ ਸੀ, ਉਸ ਦਿਨ ਇਸ ਦੇ ਵਿੱਚ ਮੈਂ ਆਪਣੇ ਫਾਦਰ ਨੂੰ ਡੈਡੀਕੇਟ ਕੀਤੀ ਹੋਈ ਹੈ ਇੱਕ ਪੋਇਮ। ਉਸ ਦਿਨ ਇਸੇ ਬੁੱਕ ਦੇ ਵਿੱਚੋਂ ਮੈਂ ਉੱਥੇ ਪੋਇਮ ਸੁਣਾਈ ਸੀ। ਜੀ, ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ ਹੈ, ਅਤੇ ਅਕਸਰ ਹੀ ਕਿਸੇ ਕੁੜੀ ਦੀ ਜ਼ਿੰਦਗੀ ਦੇ ਵਿੱਚ ਨਾ ਉਸਦੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਸ ਨੂੰ ਸ਼ਾਇਦ ਸ਼ਬਦਾਂ ਦੇ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ। ਕਿਹਾ ਜਾਂਦਾ ਹੈ ਕਿ ਕੁੜੀ ਜਿਹੜੀ ਆ ਆਪਣੇ ਪਿਤਾ ਦੇ ਬਹੁਤ ਕਰੀਬ ਹੁੰਦੀ ਹੈ, ਆਪਣੇ ਦੁੱਖ ਸੁੱਖ ਉਹ ਆਪਣੇ ਪਿਤਾ ਦੇ ਨਾਲ ਸਾਂਝੇ ਕਰਦੀ ਹੈ। ਤੁਹਾਡੇ ਪਿਤਾ ਜੀ ਦੇ ਨਾਲ ਕੁਝ ਅਨੁਭਵ ਜਾਣਨਾ ਚਾਹਾਂਗੇ। ਜੀ, ਮੈਨੂੰ ਸ਼ੁਰੂ ਤੋਂ ਹੀ ਨਾ ਪਾਪਾ ਦੀ ਯੂਨੀਫਾਰਮ, ਪਾਪਾ ਦੀ ਪਰਸਨੈਲਿਟੀ, ਉਹਨਾਂ ਦਾ ਸਟਿੱਕ ਲੈ ਕੇ ਜਾਣਾ, ਇਹ ਸਾਰੀਆਂ ਗੱਲਾਂ ਨਾ ਬਹੁਤ ਫੈਸੀਨੇਟ ਕਰਦੀਆਂ ਹੁੰਦੀਆਂ ਸੀ। ਅਤੇ 10th ਤੱਕ ਮੇਰੇ ਫਾਦਰ ਸਾਨੂੰ ਨਾੜ ਨਹੀਂ ਸੀ ਲੈ ਕੇ ਗਏ, ਕਿਉਂਕਿ ਫਿਰ ਉਹ ਸਕੂਲੀ ਸਿੱਖਿਆ ਦਾ ਜਿਹੜਾ ਪੱਧਰ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ, ਫਿਰ ਉਹ CBSE ਦੇ ਵਿੱਚ ਅਸੀਂ ਐਡਜਸਟ ਨਹੀਂ ਸੀ ਹੋ ਸਕਦੇ। ਜੀ, ਇਸ ਕਰਕੇ ਮੈਂ ਜਗਰਾਓਂ ਪੜ੍ਹਦੀ ਸੀ, ਸਾਡਾ ਘਰ ਜਗਰਾਓਂ ਸੀ। ਫਾਦਰ ਨੇ ਸਾਲ ਬਾਅਦ ਛੁੱਟੀ ਆਉਣਾ, ਅਤੇ ਉਹਨਾਂ ਨੇ ਜਦੋਂ ਜਾਣਾ ਨੇ, ਅਤੇ ਹਫਤਾ ਪਹਿਲਾਂ ਮੇਰਾ ਰੋਣਾ ਸਟਾਰਟ ਹੋ ਜਾਂਦਾ ਹੁੰਦਾ ਸੀ। ਬਹੁਤ ਜ਼ਿਆਦਾ ਅਟੈਚਮੈਂਟ ਸੀ ਪਾਪਾ ਨਾਲ, ਜਿਹੜੀ ਕਿ ਅੱਜ ਵੀ ਆ ਉਵੇਂ ਹੀ। ਤਾਂ ਉਹਨਾਂ ਦੇ ਜਾਣ ਤੋਂ ਬਾਅਦ ਨਾ ਮੈਂ ਆਪਣੀ ਮਦਰ ਨੂੰ ਪਾਪਾ ਦਾ ਸਿਰਹਾਣੇ ਦਾ ਕਵਰ ਨਹੀਂ ਸੀ ਧੋਣ ਦਿੰਦੇ ਹੁੰਦੇ। ਅੱਛਾ। ਕਿਉਂਕਿ ਉਹਨਾਂ ਦੇ ਵਿੱਚੋਂ, ਉਸ ਕਵਰ ਦੇ ਵਿੱਚੋਂ ਨਾ ਮੈਨੂੰ ਪਾਪਾ ਦੀ ਦਾੜੀ ਦੀ ਹੇਅਰ ਫਿਕਸਰ ਦੀ ਖੁਸ਼ਬੂ ਆਉਂਦੀ ਸੀ। ਜੀ, ਮੈਂ ਕਹਿਣਾ ਨਾ, ਇਹ ਧੋਣਾ ਨਹੀਂ ਹੈਗਾ। ਮੈਂ ਉਹਦੇ ਉੱਤੇ ਹੋਰ ਚੜਾਉਣ ਨੂੰ ਕਹਿ ਦੇਣਾ ਵੀ ਇਹਦੇ ਉੱਤੇ ਹੋਰ ਚੜਾ ਦਿਓ, ਪਰ ਉਹ ਨਹੀਂ ਧੋਣਾ ਜਦ ਤੱਕ ਪਾਪਾ ਨਹੀਂ ਆਉਂਦਾ। ਅੱਛਾ ਜੀ। ਅਤੇ ਉਹ ਯਾਦਾਂ, ਫਿਰ ਉਹਨਾਂ ਦੀ ਚਿੱਠੀ ਦੀ ਉਡੀਕ ਕਰਨੀ, ਫਿਰ ਕਿਸੇ ਨੇ ਛੁੱਟੀ ਆਉਣਾ, ਪਾਪਾ ਕੰਟੀਨ ਦਾ ਸਮਾਨ ਭੇਜਦੇ ਹੁੰਦੇ ਸੀ, ਜਰਾਬਾਂ ਆ ਜਾਣੀਆਂ, ਹੈ ਨਾ, ਘੜੀ ਆ ਜਾਣੀ, ਖਾਣ ਦਾ ਸਮਾਨ ਆ ਜਾਣਾ, ਅਤੇ ਮਤਲਬ ਦਿਲ ਦੀ ਤਾਰ ਉੱਥੇ ਹੀ ਜੁੜੀ ਰਹਿੰਦੀ ਸੀ। ਬਹੁਤ ਖੂਬ। ਮੈਮ, ਤੁਸੀਂ ਪਿਤਾ ਜੀ ਦੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਨੇ, ਅਤੇ ਹੁਣ ਅਸੀਂ ਚਾਹਾਂਗੇ ਕਿ ਜੇਕਰ ਤੁਸੀਂ ਆਪਣੇ ਫਾਦਰ ਸਾਹਿਬ ਦੇ ਲਈ ਕੋਈ ਕਵਿਤਾ ਲਿਖੀ ਹੈ ਤਾਂ ਉਸ ਦੀ ਸਾਂਝ ਵੀ ਜ਼ਰੂਰ ਪਾਓ। ਜ਼ਰੂਰ ਜੀ। ਇਹ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ, ਕਿਉਂਕਿ ਜਿਸ ਇਨਸਾਨ ਨੂੰ ਤੁਸੀਂ ਦਿਲੋਂ ਮੁਹੱਬਤ ਕਰਦੇ ਹੋ,
ਉਹ ਤਾਂ ਨਾ ਜਿਵੇਂ ਉਹ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਇਸ ਇਸ਼ਕ ਦੇ ਕੋਲੋਂ ਸਾਨੂੰ ਮੋੜ ਨਾ ਮਾਏ। ਸੋ ਮੇਰੇ ਫਾਦਰ ਦੇ ਨਾਲ ਇੱਕ ਤਾਂ ਮੋਹ ਮੁਹੱਬਤ ਹੁੰਦੀ, ਇੱਕ ਇਸ਼ਕ ਹੁੰਦਾ, ਇੱਕ ਨਾ ਉਹ ਜਿਵੇਂ ਰੂਹਾਨੀ ਇਸ਼ਕ ਵਾਲੀ ਗੱਲ ਹੈ ਵੀ ਜੇ ਮੈਂ ਉਹਨਾਂ ਨੂੰ ਦੇਖਦੀ ਨਹੀਂ ਗੀ ਜਾਂ ਉਹਨਾਂ ਦੀ ਆਵਾਜ਼ ਨਹੀਂ ਸੁਣਦੀ ਤਾਂ ਮੈਨੂੰ ਐਂ ਲੱਗਦਾ ਹੁੰਦਾ ਕਿ ਬਹੁਤ ਕੁਝ ਖਾਲੀ ਹੈ ਤੇ ਜੇ ਮੈਂ ਨਾ ਜਾਵਾਂ ਤਾਂ ਉਹ ਵੀ ਇਉਂ ਕਹਿੰਦੇ ਹੁੰਦੇ ਨੇ ਤੂੰ ਗੁੰਮ ਗਈ ਜੀ। ਸੋ ਜਿਸ ਦਿਨ ਮੇਰੀ ਰਿਟਾਇਰਮੈਂਟ ਸੀ ਉਹ ਦਿਨ ਮੇਰੇ ਲਈ ਬਹੁਤ ਵੱਡੇ ਭਾਗਾਂ ਵਾਲਾ ਸੀ ਕਿਉਂਕਿ ਮੈਨੂੰ ਜੁਆਇਨ ਵੀ ਉਹ ਕਰਾ ਕੇ ਆਏ ਸੀ ਤੇ ਜਿਸ ਦਿਨ ਮੇਰੀ ਰਿਟਾਇਰਮੈਂਟ ਸੀ ਉਸ ਦਿਨ ਵੀ ਮੇਰਾ ਪੂਰਾ ਪਰਿਵਾਰ ਜੀ ਮੈਨੂੰ ਲੈਣ ਆਇਆ ਸੀ। ਸੋ ਇਸ ਬੁੱਕ ਦੇ ਵਿੱਚ ਇੱਕ ਪੋਇਮ ਹੈ ਜਿਹੜੀ ਮੈਂ ਆਪਣੇ ਪਾਪਾ ਦੇ ਉੱਪਰ ਲਿਖੀ ਸੀ, ਜਿਹੜੀ ਮੈਨੂੰ ਬਹੁਤ ਹੀ ਪਸੰਦ ਹੈ ਜੀ, ਜ਼ਰੂਰ ਸੁਣਨਾ ਚਾਹਾਂਗੇ। ਉਸ ਪੋਇਮ ਦਾ ਹੈਡਿੰਗ ਹੈ ਨਾਸੂਰ ਜੀ। ਨਾਸੂਰ ਹੁੰਦਾ ਕੋਈ ਅਜਿਹਾ ਜ਼ਖਮ ਜਿਹੜਾ ਭਰਦਾ ਨਹੀਂ। ਬਿਲਕੁਲ। ਪਾਪਾ ਕੋਰ ਆਫ ਇੰਜੀਨੀਅਰਸ ਦੇ ਵਿੱਚ ਸੀ, ਨੀਲੀ ਪੱਗ ਬੰਨਿਆ ਕਰਦੇ ਸੀ ਜੀ ਤੇ ਲਾਲ 50 ਹੁੰਦੀ ਸੀ ਉਹਨਾਂ ਦੀ ਜੀ। ਬਾਪੂ ਦੀ ਨੀਲੀ ਪੱਗ, ਲਾਲ 50, ਜ਼ਹਿਰ ਮੋਰੀ ਵਰਦੀ ਜਿਹੜੀ ਓਜੀ ਕਲਰ ਦੀ ਜੀ, ਲਿਸ਼ਕਦੇ ਸਿਤਾਰੇ, ਚੌੜੀ ਛਾਤੀ ਤੇ ਚਮਕਦੇ ਕਾਰਨਾਮਿਆਂ ਦੀ ਤਰਜਮਾਨੀ ਕਰਦੇ ਵਿਭਿੰਨ ਤਮਗੇ, ਬੜੇ ਸਾਰੇ ਸਟਾਰ ਮਿਲੇ ਉਹਨਾਂ ਨੂੰ, ਉਹ ਮੈਡਲਸ ਮਿਲੇ ਹੋਏ ਸੀ ਜੀ। ਉਹਦੀ ਜ਼ੀਰੋ ਤੋਂ ਹੀਰੋ ਬਣਨ ਦੀ ਦਾਸਤਾਨ ਸੁਣਾਉਂਦੇ। ਉਹ ਸਿਪਾਹੀ ਭਰਤੀ ਹੋਏ ਸੀ ਤੇ ਮੇਜਰ ਰਿਟਾਇਰ ਹੋਏ। ਕੀ ਬਾਤ ਹੈ। ਪਤਾ ਨਹੀਂ ਕਦੋਂ ਤੇਜ਼ ਪੁਲੰਘਾਂ ਪੁੱਟਦੇ ਪਲ ਉਸ ਦੀ ਦਿਆਨਤਦਾਰੀ ਦੀ ਛਾਪ ਛੱਡਦਿਆਂ ਸੇਵਾ ਮੁਕਤ ਕਰ ਰਿਟਾਇਰ ਹੋ ਗਏ ਜੀ। ਕੌੜੇ ਕੁਸੈਲੇ ਅਨੁਭਵਾਂ ਨੂੰ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਤੱਕਣ ਲਈ, ਵੰਗਾਰਾਂ ਨੂੰ ਸਵੀਕਾਰਨ ਲਈ, ਪੁੱਤ ਪੋਤਰਿਆਂ ਵਿੱਚ ਖੇਡਣ ਲਈ ਇੱਥੇ ਆਪ ਜਾ। ਹੇ ਦਾਤਾ ਤੈਂ ਭਾਗ ਬਹੁਤ ਨੇ ਲਾਏ, ਉਹ ਦਰਸ਼ਨ ਤੇਰੇ ਤੋਂ ਬਲਿਹਾਰੀ ਜਾਂਦਾ ਏ। ਨਿੱਤ ਤੜਕੇ ਉੱਠ ਕੇ ਰੱਬ ਦਾ ਨਾਮ ਧਿਆਉਂਦਾ ਏ। ਮਨ ਹੱਥ ਕਾਰ ਵੱਲੀ ਤੇ ਮਨ ਯਾਰ ਵੱਲੀ ਦੇ ਮਨੋਰਥ ਦੀ ਸਿੱਧੀ ਪ੍ਰਾਪਤ ਹੈ ਉਸਨੂੰ। ਉਸ ਬੜੀ ਘਾਲਣਾ ਘਾਲੀ ਅਥਾਹ ਪ੍ਰੇਮ ਦੇ ਸੋਮੇ ਨੇ, ਹਰ ਮਰਦ ਦੇ ਚਿਹਰੇ ਚੋਂ ਮੈਂ ਸੀ ਤੱਕਿਆ ਉਸ ਦਾ ਸਾਇਆ। ਮੈਨੂੰ ਐਂ ਲੱਗਦਾ ਸੀ ਵੀ ਹਰ ਬੰਦਾ ਇਹੋ ਜਿਹਾ ਹੁੰਦਾ। ਹਰ ਮਰਦ ਦੇ ਚਿਹਰੇ ਚੋਂ ਮੈਂ ਸੀ ਤੱਕਿਆ ਉਸ ਦਾ ਸਾਇਆ, ਐ ਪਰ ਹਰ ਵਾਰ ਮੈਨੂੰ ਆ ਕੇ ਘੋਰ ਘਟਾਵਾਂ ਜੁੜੀਆਂ। ਨਾ ਸੀ ਕਦੇ ਕੀਤੀ ਮੈਨੂੰ ਪੁੱਤ ਤੋਂ ਵੱਧ ਪੜ੍ਹਾਇਆ, ਬਾਪੂ ਦੀ ਲੋਰੀ ਨੇ ਮੈਨੂੰ ਆਪਣੇ ਪੈਰੀਂ ਖੜਾਇਆ। ਇੱਥੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਮੇਰੇ ਫਾਦਰ ਨੂੰ ਯੂਨੀਫਾਰਮ ਅਲਾਊਂਸ ਮਿਲਿਆ ਕਰਦਾ ਸੀ ਜੀ। ਉਹਨਾਂ ਨੇ 3 ਸਾਲ ਤੱਕ ਉਹ ਯੂਨੀਫਾਰਮ ਅਲਾਊਂਸ ਕਦੇ ਲਿਆ, ਮਤਲਬ ਖਰਚ ਨਹੀਂ ਸੀ ਕੀਤਾ, ਉਹ ਲਿਫਾਫੇ 'ਚ ਪਾ ਕੇ ਪੈਸੇ ਰੱਖਦੇ ਸੀ। ਅਤੇ ਜਦੋਂ ਮੇਰਾ PhD ਦੇ ਥੀਸਿਸ ਦੀ ਟਾਈਪਿੰਗ ਚੱਲ ਰਹੀ ਸੀ ਤਾਂ ਉਹ ਸਾਰੇ ਪੈਸੇ ਮੈਨੂੰ ਦਿੱਤੇ ਸੀ ਪਾਪਾ ਨੇ। ਕਿਆ ਬਾਤ ਹੈ। ਬਾਪੂ ਦੀ ਲੋਰੀ ਨੇ ਮੈਨੂੰ ਆਪਣੇ ਪੈਰੀਂ ਖੜਾਇਆ, ਇਹ ਖੇਲ ਨਿਰਾਲੀ ਹੈ, ਬਾਪੂ ਕਦੀ ਨਾ ਬੁੱਢਾ ਪਾਇਆ। ਮੈਨੂੰ ਲੱਗਦਾ ਨਹੀਂ ਸੀ ਬਾਪੂ ਰਿਟਾਇਰ ਹੋ ਗਿਆ। ਦੋਤੀ ਸਿਰ ਹੱਥ ਫੇਰੇ ਉਹਨੂੰ ਰੱਜ ਰੱਜ ਪਿਆਰ ਕਰਿੰਦਾ, ਇੱਕੋ ਦੁੱਖ ਮਨ ਉਸਦੇ ਜੋ ਨਾਸੂਰ ਵਾਂਗ ਸੀ ਚੁੱਭਦਾ, ਪਰ ਕਦੇ ਦਲੇਰੀ ਦਾ ਸਾਥ ਨਾ ਉਸਨੇ ਛੱਡਿਆ। ਮੈਨੂੰ ਸਦਾ ਦੇਵੇ ਦਿਲਬਰੀਆਂ, ਮੈਂ ਵੀ ਉਸੇ ਕਾਰਨ ਖੜੀਆਂ, ਬਾਪੂ ਦੀ ਪੱਗ ਭਾਵੇਂ ਨੀਲੀ ਤੋਂ ਨਾਭੀ ਹੋ ਗਈ ਹੈ। ਵਾਹ। ਰਿਟਾਇਰਮੈਂਟ ਤੋਂ ਬਾਅਦ ਨਾਭੀ ਪੱਗ ਬੰਨਣ ਲੱਗ ਗਏ। ਨੀਲੀ ਤੋਂ ਨਾਭੀ ਹੋ ਗਈ ਹੈ, ਪਰ ਲੱਗਦਾ ਮੇਰੇ ਕਾਰਨ ਹੀ ਅੰਦਰੋਂ ਕਣ ਹੋ ਗਿਆ ਏ, ਅੱਜ ਦਿਸਦਾ ਬਾਵਲ ਮੇਰਾ ਜੀਕਰ ਬੁੱਢਾ ਹੋ ਗਿਆ ਏ। ਜੀ ਵਾਹ, ਬਹੁਤ ਖੂਬ। ਤੁਸੀਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਆਪਣੇ ਪਿਤਾ ਜੀ ਦੀ ਜਿੱਥੇ ਕਿਰਦਾਰ ਦੀ, ਸ਼ਖਸੀਅਤ ਦੀ ਗੱਲ ਕੀਤੀ, ਉੱਥੇ ਉਹਨਾਂ ਦੇ ਜਿਹੜੇ ਅੰਦਰ ਦੇ ਵਲਵਲੇ ਹੈ ਉਹ ਵੀ ਤੁਸੀਂ ਫਰੋਲ ਕੇ ਰੱਖ ਦਿੱਤੇ। ਬਹੁਤ ਖੂਬ ਮੈਮ, ਬਹੁਤ ਖੂਬ। ਮੇਰੇ ਹਮੇਸ਼ਾ ਲਈ ਜਿੱਦਾਂ ਕਹਿੰਦੇ ਨਾ ਮੇਰੀ ਲਾਈਫ ਦੇ ਹੀਰੋ ਨੇ ਜੀ, ਅਤੇ ਪਰਮਾਤਮਾ ਇਹੋ ਜਿਹੇ ਫਾਦਰ ਵੀ ਹਰੇਕ ਨੂੰ ਦੇਵੇ। ਅੱਛਾ ਮੈਮ, ਪੁੱਛਣਾ ਚਾਹਾਂਗੇ ਕਿ ਔਰਤਾਂ ਜ਼ਿਆਦਾਤਰ ਨਾ ਜਜ਼ਬਾਤੀ ਮੰਨੀਆਂ ਜਾਂਦੀਆਂ ਨੇ, ਕਿ ਜ਼ਿਆਦਾਤਰ ਔਰਤਾਂ ਆਪਣੇ ਜੋ ਫੈਸਲੇ ਲੈਂਦੀਆਂ ਹਨ ਉਹ ਇਮੋਸ਼ਨਲ ਹੋ ਕੇ ਲੈਂਦੀਆਂ ਹਨ, ਜਾਂ ਜਜ਼ਬਾਤਾਂ ਦੇ ਵਹਾਅ ਵਿੱਚ ਆ ਕੇ ਕਈ ਵਾਰ ਸਹੀ ਡਿਸੀਜ਼ਨ ਨਹੀਂ ਲੈ ਪਾਉਂਦੀਆਂ, ਜਾਂ ਜਦੋਂ ਜ਼ਿੰਦਗੀ ਦੇ ਵਿੱਚ ਲੋਕ ਉਹਨਾਂ ਨੂੰ ਧੋਖਾ ਦਿੰਦੇ ਨੇ, ਜਿਨ੍ਹਾਂ ਤੋਂ ਉਹਨਾਂ ਨੇ ਉਮੀਦਾਂ ਰੱਖੀਆਂ ਹੁੰਦੀਆਂ ਨੇ, ਉਹ ਕਈ ਵਾਰ ਗਲਤ ਕਦਮ ਵੀ ਚੁੱਕ ਲੈਂਦੀਆਂ ਨੇ। ਔਰਤਾਂ ਆਪਣੇ ਆਪ ਨੂੰ ਸਥਿਰ ਰੱਖਣ, ਇਮੋਸ਼ਨਲੀ
ਆਪਣੇ ਆਪ ਨੂੰ ਬੈਲੈਂਸਡ ਰੱਖਣ। ਇਸ ਲਈ ਤੁਹਾਨੂੰ ਕੀ ਲੱਗਦਾ ਹੈ, ਕਿਉਂਕਿ ਤੁਸੀਂ ਬਹੁਤ ਸਾਰੇ ਸਰੀਰਕ ਤੇ ਮਾਨਸਿਕ ਚੁਣੌਤੀਆਂ ਵਿੱਚੋਂ ਨਿਕਲੇ ਹੋ, ਪਰਿਵਾਰਿਕ ਮਾਹੌਲ ਵੀ ਅਜਿਹਾ ਵੇਖਿਆ ਕਿ ਜਦੋਂ ਕਿਸੇ ਨੇ ਸਾਥ ਨਹੀਂ ਦਿੱਤਾ, ਤੁਹਾਨੂੰ ਸ਼ਾਇਦ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ, ਸਰੀਰਕ ਤੌਰ ਦੇ ਉੱਤੇ ਵੀ ਤੁਸੀਂ ਅਜਿਹੀਆਂ ਚੁਣੌਤੀਆਂ ਵੇਖੀਆਂ ਕਿ ਜਦੋਂ ਤੁਸੀਂ ਤਕਰੀਬਨ 6 ਮਹੀਨੇ ਤੋਂ 1 ਸਾਲ ਬੈੱਡ 'ਤੇ ਹੀ ਪਏ ਰਹੇ। ਇਹਨਾਂ ਸਾਰੇ ਹਾਲਾਤਾਂ ਦੇ ਨਾਲ ਜੂਝਦੇ ਹੋਏ ਉਹਨਾਂ ਸਾਰੀਆਂ ਔਰਤਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਈ ਵਾਰੀ ਇਹਨਾਂ ਸਾਰੀਆਂ ਸਥਿਤੀਆਂ ਵਿੱਚ ਜਦੋਂ ਲੰਘ ਰਹੀਆਂ ਹੁੰਦੀਆਂ ਨੇ, ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦੀਆਂ ਨੇ? ਤੁਸੀਂ ਆਰਥਿਕਤਾ ਦੀ ਗੱਲ ਕੀਤੀ, ਬਹੁਤ ਖੂਬ ਕੀਤੀ ਹੈ। ਮਾਨਸਿਕ ਤੌਰ 'ਤੇ ਮਜ਼ਬੂਤ ਕਿਵੇਂ ਬਣਾਉਣ? ਦੇਖੋ, ਮਾਨਸਿਕਤਾ ਨੂੰ ਅਸੀਂ ਖੁਦ ਹੀ ਕਾਬੂ 'ਚ ਰੱਖਣਾ ਹੁੰਦਾ। ਅਦਰਵਾਈਜ਼ ਅੱਜ ਦੇ ਦੌਰ 'ਚ ਆਪਾਂ ਸੁਣਦੇ ਹਾਂ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੋਣੀਆਂ ਬੜੀਆਂ ਕੁਦਰਤੀ ਨੇ ਜੀ। ਠੀਕ ਹੈ, ਉਸ ਟਾਈਮ ਦੇ ਉੱਤੇ ਅਸੀਂ ਜੱਜ ਨਹੀਂ ਕਰ ਪਾਉਂਦੇ ਕਿ ਕਿਹੜਾ ਉਹ ਬੰਦਾ ਜਿਹੜਾ ਇਸ ਹਾਲਾਤ ਦੇ ਵਿੱਚੋਂ ਨਿਕਲ ਰਿਹਾ, ਉਸ ਨੂੰ ਸਾਡੇ ਪਿਆਰ ਦੀ, ਸਾਡੇ ਟੱਚ ਦੀ, ਸਾਡੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਕਿਸੇ ਦਾ ਕੈਥਾਰਸਿਸ ਆਫ ਮਾਈਂਡ, ਉਹਦੇ ਨਾਲ ਕੇਅਰ ਐਂਡ ਸ਼ੇਅਰ ਹੈ ਨਾ। ਸੋ ਜੇ ਆਪਾਂ ਦੇਖ ਰਹੇ ਹਾਂ ਵੀ ਕੋਈ ਬੰਦਾ ਕਿਸੇ ਟੈਨਸ਼ਨ ਵਾਲੀ ਹਾਲਾਤ ਦੇ ਵਿੱਚੋਂ ਨਿਕਲ ਰਿਹਾ, ਜ਼ਰੂਰੀ ਨਹੀਂ ਆ ਉਹਦੇ ਪੈਸੇ ਨਾਲ ਹੀ ਮਦਦ ਹੋਣੀ ਹੁੰਦੀ ਆ, ਇਹ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਉਸ ਬੰਦੇ ਨੂੰ ਉਸ ਟਾਈਮ ਦੇ ਉੱਤੇ ਸ਼ੇਅਰ ਤੇ ਕੇਅਰ, ਉਹਦੀ ਗੱਲ ਸੁਣਨੀ ਜੀ, ਉਹਨੂੰ ਇਹ ਕਹਿਣਾ ਕਿ ਤੇਰੇ ਨਾਲ ਖੜੇ ਆ, ਉਹਨੂੰ ਇਸ ਸਹਾਰੇ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ। ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗਦਾ ਕਿ ਉਹਨੂੰ ਇਕਨੋਮਿਕਲੀ ਵੀ ਲੋੜ ਹੈ, ਤੇ ਐਡਾ ਵੱਡਾ ਸਮਾਜ ਹੈ, ਅਸੀਂ ਕਿਸੇ ਨੂੰ ਵੀ ਆਵਾਜ਼ ਮਾਰ ਸਕਦੇ ਹਾਂ। ਔਰ ਇਹ ਮੇਰੇ ਨਿੱਜੀ ਤਜਰਬੇ ਨੇ ਕਿ ਜਿੱਥੇ ਆਵਾਜ਼ ਮਾਰੀ ਆ, ਕਦੇ ਇੱਦਾਂ ਹੋਇਆ ਹੀ ਨਹੀਂ ਕਿ ਉਸ ਆਵਾਜ਼ ਨੂੰ ਹੁੰਗਾਰਾ ਨਾ ਮਿਲਿਆ ਹੋਵੇ। ਸੋ ਅਜਿਹੀ ਹਾਲਤ ਦੇ ਵਿੱਚ ਵੀ ਜੇ ਪ੍ਰੋਬਲਮਸ ਨੇ ਤਾਂ ਉਹਦਾ ਹੱਲ ਇਹ ਨਹੀਂ ਆ ਕਿ ਅਸੀਂ ਸੁਸਾਈਡ ਵੱਲ ਤੁਰ ਜਾਣਾ, ਜਾਂ ਅਸੀਂ ਭਾਂਜਵਾਦੀ ਰੁਚੀ ਅਪਣਾ ਕੇ ਤੇ ਜੰਗਲਾਂ ਵੱਲ ਨੂੰ ਤੁਰ ਪਈਏ, ਜਾਂ ਅਸੀਂ ਘਰ-ਬਾਰ ਛੱਡ ਦਈਏ, ਜਾਂ ਅਸੀਂ ਕਹਿ ਦਈਏ ਕਿ ਅਸੀਂ ਬੱਚਿਆਂ ਦੀ ਪਰਵਰਿਸ਼ ਨਹੀਂ ਕਰਨੀ। ਬੱਚੇ ਜੰਮੇ ਆ ਤੇ ਸਾਡੇ ਆ, ਉਹਨਾਂ ਦੀ ਪਰਵਰਿਸ਼ ਕਰਨੀ ਸਾਡੀ ਜ਼ਰੂਰਤ ਹੈ, ਸਾਡੀ ਇੱਕ ਆਪਣੀ ਡਿਊਟੀ ਹੈ। ਇਸ ਕਰਕੇ ਜਿੰਨੇ ਅਸੀਂ ਮਾਨਸਿਕ ਤਣਾਅ ਨੂੰ ਇੱਕ ਦੂਜੇ ਨਾਲ ਸ਼ੇਅਰ ਕਰ ਲਈਏ ਤਾਂ ਬਹੁਤ ਸਾਰੇ ਹੱਲ ਨਿਕਲ ਆਉਂਦੇ ਨੇ। ਕਈ ਵਾਰੀ ਅਸੀਂ ਰਾਈ ਦਾ ਪਹਾੜ ਆਪ ਹੀ ਬਣਾਈ ਬੈਠੇ ਹੁੰਦੇ ਹਾਂ ਜੀ, ਅਤੇ ਜਦੋਂ ਅਸੀਂ ਸੁਣਦੇ ਹਾਂ ਵੀ ਨਹੀਂ ਇਹ ਤਾਂ ਗੱਲ ਹੀ ਕੁਛ ਨਹੀਂ, ਉਹ ਫਲਾਣਾ ਬੰਦਾ ਤਾਂ ਐਡੇ ਮਾੜੇ ਹਾਲਾਤਾਂ 'ਚੋਂ ਨਿਕਲਿਆ, ਇਹ ਤਾਂ ਗੱਲ ਹੀ ਕੁਛ ਨਹੀਂ ਸੀ, ਫਿਰ ਆਪਣੀ ਪ੍ਰੋਬਲਮ ਹੈ ਨਾ ਜਿਹੜੀ ਬੜੀ ਛੋਟੀ ਲੱਗਣ ਲੱਗ ਜਾਂਦੀ ਜੀ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਵੀ ਸਾਨੂੰ ਜ਼ਿੰਦਗੀ ਦੇ ਵਿੱਚ, ਚਾਹੇ ਉਹ ਮਾਨਸਿਕ ਤੌਰ ਦੇ ਉੱਤੇ ਕੋਈ ਤਣਾਅ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ, ਜੇ ਅਸੀਂ ਆਪਣੇ ਕੋਈ ਇੱਕ ਵੀ ਹਮਰਾਜ਼ ਹੈ ਨਾ, ਜੇ ਅਸੀਂ ਉਸ ਦੇ ਨਾਲ ਸ਼ੇਅਰ ਕਰ ਲੈਂਦੇ ਹਾਂ ਤਾਂ ਸਾਡੀ ਪ੍ਰੋਬਲਮ ਅੱਧੀ ਰਹਿ ਜਾਂਦੀ ਹੈ ਜੀ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਤੁਸੀਂ। ਤਾਂ ਹੀ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਇੱਦਾਂ ਦੀ ਸਾਂਝ ਪਾ ਲੈਣੀ ਚਾਹੀਦੀ ਹੈ ਕਿ ਤੁਸੀਂ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਸ਼ਰਮ ਤੋਂ, ਬਿਨਾਂ ਕਿਸੇ ਝਿਜਕ ਤੋਂ ਆਪਣੀ ਗੱਲ ਕਹਿ ਸਕੋ ਅਤੇ ਦੂਸਰਾ ਇਨਸਾਨ ਵੀ ਉਸਨੂੰ ਸਮਝ ਸਕੇ। ਅੱਛਾ ਮੈਡਮ, ਇਹ ਚੀਜ਼ ਪੁੱਛਣਾ ਚਾਹਾਂਗੇ ਕਿ ਹੁਣ ਤੁਹਾਡੀ ਬੇਟੀ ਜਿਹੜੀ ਹੈ ਰਾਬੀਆ, ਉਹ ਬਹੁਤ ਵਧੀਆ ਆਪਣੀ ਲਾਈਫ ਦੇ ਵਿੱਚ ਸੈਟਲ ਨੇ, ਬਹੁਤ ਖੁਸ਼ੀ ਦੀ ਗੱਲ ਹੈ। ਤੁਸੀਂ ਬਹੁਤ ਮਿਹਨਤ ਦੇ ਨਾਲ ਉਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਹੁਣ ਆਪਣੇ ਫ੍ਰੀ ਸਮੇਂ ਦੇ ਵਿੱਚ ਤੁਸੀਂ ਉਹ ਕਿਹੜੇ ਕੰਮ ਕਰਨਾ ਪਸੰਦ ਕਰਦੇ ਹੋ ਜਿਨ੍ਹਾਂ ਨਾਲ ਤੁਹਾਨੂੰ ਸਕੂਨ ਮਿਲਦਾ ਹੈ? ਦੇਖੋ, ਜਦੋਂ ਮੈਂ ਇਨ ਸਰਵਿਸ ਵੀ ਸੀ ਤਾਂ ਵੀ ਕੇਵਲ ਕਲਾਸਾਂ ਲੈਣਾ ਮੇਰਾ ਮਕਸਦ ਕਦੇ ਵੀ ਨਹੀਂ ਸੀ ਜੀ। ਉਹ ਤਾਂ ਹਰੇਕ ਨੇ ਲੈ ਲੈਣੀਆਂ ਨੇ, ਹੈ ਨਾ। ਉਸ ਤੋਂ ਇਲਾਵਾ ਜਦੋਂ ਅਸੀਂ ਦੇਖਣਾ ਵੀ ਕਾਲਜ ਦੇ ਵਿੱਚ ਕੋਈ ਕਿਸੇ ਨਾਲ ਕੋਈ ਦੁਰਘਟਨਾ ਹੋ ਗਈ, ਕਿਸੇ ਦੇ ਘਰ 'ਚ ਕੋਈ ਐਕਸੀਡੈਂਟ ਹੋ ਗਿਆ, ਕਿਸੇ ਦੇ ਘਰ ਕੋਈ ਡੈਥ ਹੋ ਗਈ, ਜਾਂ ਕਿਸੇ ਦੇ ਘਰ ਵਿਆਹ ਹੈ ਲੇਕਿਨ ਰਿਸੋਰਸਿਸ ਨਹੀਂ ਹੈਗੇ, ਤਾਂ ਪਰਮਾਤਮਾ ਦੀ ਕਿਰਪਾ ਕਿ ਮੇਰੇ ਸਟਾਫ ਨੂੰ ਮੇਰੇ 'ਤੇ ਇੰਨਾ ਕੁ ਮਾਣ ਹੁੰਦਾ ਸੀ ਵੀ ਪਾਸੀ ਮੈਡਮ ਕਿਸੇ ਨਾਲ ਦਗਾ ਨਹੀਂ ਕਰਨਗੇ ਜੀ। ਮੈਂ ਖਾਲੀ ਲਿਫਾਫਾ ਸਟਾਫ ਰੂਮ ਦੇ ਵਿੱਚ ਰੱਖ ਦਿਆ ਕਰਦੀ ਸੀ। ਮੈਂ ਘਟਨਾ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ ਕਾਲਜ ਦੇ ਮਨਜੀਤ ਕੌਰ ਜੀ ਨੇ, ਉਹਨਾਂ ਦੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਅਤੇ ਘਰੋਂ ਵਿਚਾਰੇ ਪੂਰੇ ਸੂਰੇ ਸੀ। ਬੜਾ ਰੋਈ ਆ ਕੇ ਕਿ ਅੱਜ ਉਹਨੂੰ PGI ਲੈ ਕੇ ਜਾਣਾ, ਲੇਕਿਨ ਰਿਸੋਰਸਿਸ ਨਹੀਂ ਹੈਗੇ। ਮੈਂ ਖਾਲੀ ਲਿਫਾਫਾ ਰੱਖ ਦਿੱਤਾ ਔਰ ਸਾਰਿਆਂ ਨੂੰ ਮੈਂ ਅਨਾਊਂਸ ਕਰਤਾ ਕਿ ਕੋਈ ਇਹਦੀ ਲਿਸਟ ਨਹੀਂ ਬਣਨੀ, ਕੋਈ ਇਹਦਾ ਹਿਸਾਬ ਨਹੀਂ ਹੋਏਗਾ, ਇਸ ਲਿਫਾਫੇ 'ਚ ਜੋ ਜਿਸ ਤੋਂ ਸਰਦਾ ਪਾ ਦਿਓ ਜੀ। ਔਰ ਤੁਸੀਂ ਹੈਰਾਨ ਹੋਗੇ ਕਿ
ਘਰ ਆਉਣ ਤੱਕ 3-4 ਘੰਟੇ ਦੇ ਵਿੱਚ ਅਸੀਂ 92,000 ਰੁਪਈਆ ਉਹਦੇ ਵਿੱਚ ਲਿਫਾਫੇ 'ਚ ਇਕੱਠਾ ਕਰ ਲਿਆ, ਜਿਹਦਾ ਸਾਨੂੰ ਨਹੀਂ ਪਤਾ ਕੋਈ ਕੀ ਪਾ ਕੇ ਗਿਆ ਜੀ। ਠੀਕ ਹੈ। ਅੱਜ ਉਹ ਬੱਚਾ ਸਰਕਾਰੀ ਨੌਕਰੀ ਤੇ ਆ। ਵਾਹ, ਕੀ ਬਾਤ ਹੈ। ਕਿੰਨਾ ਚੰਗਾ ਲੱਗਦਾ ਕਿ ਉਸ ਟਾਈਮਲੀ ਹੈਲਪ ਦੇ ਨਾਲ ਉਹ ਬੱਚਾ, ਉਹਦੇ ਆਪਰੇਸ਼ਨ ਹੋ ਗਏ, ਉਸ ਤੋਂ ਬਾਅਦ ਵੀ 2-3 ਵਾਰੀ ਆਪਰੇਸ਼ਨ ਹੋਏ ਉਹਦੇ, ਉਦੋਂ ਵੀ ਜੋ ਮਦਦ ਹੋ ਸਕੀ ਕੀਤੀ। ਔਰ ਇਸ ਤੋਂ ਇਲਾਵਾ ਕੁਝ ਬੱਚੀਆਂ ਕਾਲਜ ਦੇ ਵਿੱਚ ਦਾਖਲਾ ਲੈ ਲੈਂਦੀਆਂ ਨੇ, ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਕਿ ਇੱਕ ਸਮੈਸਟਰ ਦੀ ਫੀਸ ਇੰਨੀ ਆ ਕਿ ਸਾਰੀ ਡਿਗਰੀ ਦੀ ਇੰਨੀ ਆ। ਉਹ ਨਵੇਂ ਚਾਅ ਨਾਲ ਦਾਖਲੇ ਲੈ ਲਏ ਤੇ ਫਿਰ ਲੋਕਡਾਊਨ ਹੋ ਗਿਆ। ਲੋਕਡਾਊਨ ਦੇ ਦੌਰਾਨ ਕਿੰਨੇ ਲੋਕੀ ਘਰ ਬੈਠੇ ਆ, ਕੋਈ ਇਨਕਮ ਦਾ ਸਾਧਨ ਨਹੀਂ ਹੈਗਾ। ਉਹਨਾਂ ਬੱਚਿਆਂ ਦੇ ਲਈ ਵੀ ਫਿਰ ਅਸੀਂ ਕੋਈ ਉਹ ਲਿਖਤੀ ਰੂਪ 'ਚ ਕੋਈ ਟਰਸਟ ਨਹੀਂ ਹੈਗੀ, ਕੁਛ ਨਹੀਂ ਹੈ, ਲੇਕਿਨ ਮੇਰੇ ਡਿਪਾਰਟਮੈਂਟ ਦੇ ਵਿੱਚੋਂ ਹੀ ਇਕਬਾਲ ਮੈਡਮ ਨੇ, ਹੋਰ ਵੀ 4-5 ਟੀਚਰ ਨੇ, ਕਮਲ ਮੈਡਮ ਹੈ, ਇੰਗਲਿਸ਼ ਡਿਪਾਰਟਮੈਂਟ 'ਚੋਂ ਨੇ ਕਈ ਟੀਚਰਸ। ਅਸੀਂ ਐਲੂਮਨਾਈ ਦਾ ਕੋਈ ਆਸਰਾ ਨਹੀਂ ਲਿਆ, ਕਦੀ ਕੋਈ ਹਿਸਾਬ ਨਹੀਂ ਰੱਖਿਆ, ਉਹ ਬੱਚੇ ਅਸੀਂ ਅਡਾਪਟ ਕਰ ਲਏ ਜੀ। ਉਹਨਾਂ ਸਾਨੂੰ ਪਤਾ ਸੀ ਵੀ ਇਸ ਕਲਾਸ ਦੇ ਵਿੱਚੋਂ ਅਸੀਂ ਇੰਨੇ ਅਡਾਪਟ ਕੀਤੇ, ਇਸ ਤੋਂ ਇੰਨੇ ਅਡਾਪਟ ਕੀਤਾ। ਔਰ ਪਰਮਾਤਮਾ ਦੀ ਕਿਰਪਾ ਨਾਲ ਪਿਛਲੇ 6-7 ਸਾਲ ਤੋਂ 3-4 ਬੈਚ ਅਸੀਂ ਅਡਾਪਟ ਕਰਕੇ ਉਹਨਾਂ ਬੱਚਿਆਂ ਦੀਆਂ ਫੀਸਾਂ, ਉਹਨਾਂ ਬੱਚਿਆਂ ਦੀਆਂ ਬੁੱਕਸ, ਉਹਨਾਂ ਬੱਚਿਆਂ ਦੇ ਕੱਪੜੇ, ਔਰ ਜਦੋਂ ਕਦੇ ਉਹਨਾਂ ਨੂੰ ਜੇਬ ਖਰਚ ਦੀ ਵੀ ਲੋੜ ਪਈ ਜਾਂ ਉਹਨਾਂ ਨੂੰ ਆਉਣ ਜਾਣ ਦੇ ਸਾਧਨ ਦੇ ਲਈ ਈਵਨ ਟੈਂਪੂ ਦੇ ਕਿਰਾਏ ਦੀ ਵੀ ਲੋੜ ਪਈ, ਤਾਂ ਇਕਬਾਲ ਮੈਡਮ ਵੀ ਇਹੀ ਕਹਿੰਦੇ ਹੁੰਦੇ ਸੀ, ਪਾਸੇ ਬਣਾ ਕੋਈ ਗੱਲ ਨਹੀਂ, ਆਉਣ ਦਿਓ। ਬਹੁਤ ਵੱਡੇ ਦਿਲ ਦੇ ਨੇ ਉਹ ਵੀ। ਉਹਨਾਂ ਦੀ ਬੇਟੀ ਅਮਰੀਕਾ ਆ ਤੇ ਉਹ ਵੀ ਬਹੁਤ ਸੇਵਾ ਕਰਦੀ ਆ ਜੀ। ਸੋ ਮੈਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਹੋਰ ਥਾਵਾਂ 'ਤੇ ਜਾਂਦੇ ਹਾਂ, ਇਹ ਬੱਚੇ ਜਿਹੜੇ ਇੰਸਟੀਚਿਊਟ ਦੇ ਵਿੱਚ ਆ ਗਏ, ਜਿਨ੍ਹਾਂ ਦੇ ਕੋਲੇ ਰਿਸੋਰਸਿਸ ਨਹੀਂ ਹੈਗੇ, ਤੇ ਇਹ ਕਿੱਦਾਂ ਪੜ੍ਹਨਗੇ? ਜੇ ਇਹਨਾਂ ਦੇ ਨਾਲ ਜੁੜ ਕੇ ਇਹਨਾਂ ਦਾ ਕੋਈ ਪਾਰ ਉਤਾਰਾ ਹੋ ਸਕੇ ਤਾਂ ਇਹਦੇ ਵਰਗੀ ਫਿਰ ਕੋਈ ਵੱਡੀ ਸੇਵਾ ਨਹੀਂ ਹੈ ਜੀ। ਸੋ ਉਹ ਜੇ ਚਾਹੇ ਮੈਂ ਰਿਟਾਇਰ ਹੋ ਗਈ, ਪਰ ਜਿਹੜੇ ਬੱਚੇ ਅਡਾਪਟ ਕੀਤੇ ਹੋਏ ਨੇ ਉਹ ਅਜੇ ਵੀ ਆਪਣੀ ਡਿਗਰੀ ਕਰਨਗੇ ਤੇ ਦਾਤਾ ਇੰਨੀ ਕੁ ਮਿਹਰ ਰੱਖੇ ਕਿ ਉਹਨਾਂ ਦੀ ਡਿਗਰੀ ਕਰਾਉਣ 'ਚ ਮੈਂ ਪੂਰਾ ਸਹਿਯੋਗ ਦਊਂਗੀ। ਬਹੁਤ ਵਧੀਆ। ਦੋਸਤੋ, ਕਈ ਲੋਕਾਂ ਦੇ ਨਾਲ ਗੱਲ ਕਰਕੇ ਇੱਦਾਂ ਲੱਗਦਾ ਹੈ ਕਿ ਅਸੀਂ ਕੋਈ ਇੰਟਰਵਿਊ ਨਹੀਂ ਕਰ ਰਹੇ, ਕਿਉਂਕਿ ਇੰਟਰਵਿਊ ਬਹੁਤ ਛੋਟਾ ਜਿਹਾ ਸ਼ਬਦ ਹੈ। ਇੰਟਰਵਿਊ ਕਹਿਣਾ ਹੀ ਮੇਰੇ ਖਿਆਲ ਨਾਲ ਉਸ ਚੀਜ਼ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਸ ਦੀ ਮਹੱਤਤਾ ਨੂੰ ਘੱਟ ਕਰਨਾ ਹੈ, ਕਿਉਂਕਿ ਕਈ ਸ਼ਖਸੀਅਤਾਂ ਦੇ ਨਾਲ ਮਿਲ ਕੇ ਨਾ ਜ਼ਿੰਦਗੀ ਦਾ ਫਲਸਫਾ ਪਤਾ ਚੱਲਦਾ ਹੈ, ਜ਼ਿੰਦਗੀ ਨੂੰ ਜੀਣਾ ਕਿਵੇਂ ਹੈ ਇਹ ਪਤਾ ਚੱਲਦਾ ਹੈ। ਅਤੇ ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਹੈ ਕਿ ਵਾਕਈ ਹੀ ਜ਼ਿੰਦਗੀ ਜਿਹੜੀ ਹੈ ਬਹੁਤ ਖੂਬਸੂਰਤ ਹੈ। ਲੋੜ ਹੁੰਦੀ ਹੈ ਕਿ ਆਪਾਂ ਉਹਨਾਂ ਲੋਕਾਂ ਦੇ ਨਾਲ ਰਹੀਏ, ਵਿਚਰੀਏ, ਜੋ ਲੋਕ ਸਾਨੂੰ ਹਰ ਰੋਜ਼ ਕੋਈ ਨਵੀਂ ਚੀਜ਼ ਸਿਖਾ ਕੇ ਜਾਣ। ਜਿਵੇਂ ਕਿ ਅੱਜ ਅਸੀਂ ਬੈਠੇ ਹਾਂ ਅਤੇ ਕੁਝ ਹੀ ਸਮੇਂ ਦੇ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇੱਥੋਂ ਸਮੋ ਕੇ ਲੈ ਕੇ ਜਾ ਰਹੀ ਹਾਂ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਇੰਟਰਵਿਊ ਕਹਿਣਾ ਮਤਲਬ ਮੇਰੇ ਖਿਆਲ ਨਾਲ ਇਹ ਸਾਰੀ ਜੋ ਸਾਡੀ ਗੱਲਬਾਤ ਹੈ ਉਸ ਦੇ ਲਈ ਬਹੁਤ ਛੋਟਾ ਜਿਹਾ ਸ਼ਬਦ ਹੁੰਦਾ ਹੈ। ਜ਼ਿੰਦਗੀ ਨੂੰ ਜੇਕਰ ਅਸੀਂ ਜੀਣਾ ਸਿੱਖ ਲਈਏ, ਹਮੇਸ਼ਾ ਮੈਂ ਪੜ੍ਹਦੀ ਹਾਂ ਕਿਤੇ ਲਿਖਿਆ ਹੁੰਦਾ ਕਿ ਮਰਨ ਤੋਂ ਪਹਿਲਾਂ ਇੱਕ ਵਾਰੀ ਜ਼ਿੰਦਗੀ ਜੀਣੀ ਸਿੱਖੋ, ਅਤੇ ਅਜਿਹੀਆਂ ਸ਼ਖਸੀਅਤਾਂ ਸਾਨੂੰ ਜ਼ਿੰਦਗੀ ਜੀਣਾ ਸਿਖਾਉਂਦੀਆਂ ਨੇ। ਮੈਡਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਅਤੇ ਬਹੁਤ ਸਾਰੀਆਂ ਹੋਰ ਕੁੜੀਆਂ ਨੂੰ ਜੋ ਤੁਹਾਨੂੰ ਵੇਖ ਰਹੀਆਂ ਨੇ। ਮੈਨੂੰ ਪੂਰਾ ਯਕੀਨ ਹੈ ਤੁਹਾਡੀਆਂ ਵਿਦਿਆਰਥਣਾਂ ਵੀ ਇਸ ਐਪੀਸੋਡ ਨੂੰ, ਵਿਸ਼ੇਸ਼ ਪ੍ਰੋਗਰਾਮ ਨੂੰ ਦੇਖ ਰਹੀਆਂ ਹੋਣਗੀਆਂ, ਤੁਹਾਡੀ ਗੱਲਬਾਤ ਸੁਣ ਰਹੀਆਂ ਹੋਣਗੀਆਂ, ਅਤੇ ਬਹੁਤ ਸਾਰੀਆਂ ਹੋਰ ਔਰਤਾਂ ਵੀ। ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਇੱਦਾਂ ਕਦੇ ਨਹੀਂ ਹੁੰਦਾ ਕਿ ਅਸੀਂ ਇੰਨਾ ਕੁ ਜ਼ਿਆਦਾ ਟੁੱਟ ਜਾਈਏ ਕਿ ਆਪਾਂ ਆਪਣੀ ਜ਼ਿੰਦਗੀ ਤੋਂ ਹੀ ਟੁੱਟ ਜਾਈਏ। ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਅਸੀਂ ਕਿਵੇਂ ਮਜ਼ਬੂਤ ਬਣਾ ਕੇ ਰੱਖਣਾ ਹੈ, ਆਰਥਿਕ ਤੌਰ 'ਤੇ ਕਿਵੇਂ ਅਸੀਂ ਆਪਣੇ ਆਪ ਨੂੰ ਪਹਿਲ ਦੇ ਆਧਾਰ ਦੇ ਉੱਤੇ ਅੱਗੇ ਵਧਾਉਣਾ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਮੈਡਮ ਤੋਂ ਸਿੱਖੀਆਂ ਨੇ। ਮੈਡਮ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦਰਸ਼ਕਾਂ ਦੇ ਲਈ ਮੈਨੂੰ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਮਿਸਾਲ ਬਣੋ ਜੀ। ਮਿਸਾਲ ਤੁਸੀਂ ਤਾਂ ਹੀ ਬਣ ਸਕਦੇ ਹੋ ਜੇ ਦ੍ਰਿੜਤਾ ਦੇ ਨਾਲ, ਵਿਸ਼ਵਾਸ ਦੇ ਨਾਲ ਤੁਸੀਂ ਅੱਗੇ ਵਧੋਗੇ। ਅਤੇ ਇਹ ਵਿਸ਼ਵਾਸ ਪੈਦਾ ਕਿਵੇਂ ਹੁੰਦਾ? ਜਦੋਂ ਤੁਹਾਡੀ ਕਹਿਣੀ ਅਤੇ ਕਰਨੀ 'ਚ ਫਰਕ ਨਾ ਹੋਵੇ। ਵਾਹ, ਤੁਸੀਂ ਕਹਿ ਰਹੇ ਹੋ ਔਰ ਉਹ ਪ੍ਰੈਕਟੀਕਲੀ ਕਰ ਵੀ ਰਹੇ ਹੋ। ਇੱਕ ਸਿਰਫ ਦਿਖਾਵੇ ਦੀ ਦੁਨੀਆ ਦੇ ਵਿੱਚ ਪਾਸਟ ਨਾਲ ਜੁੜੇ ਰਹਿਣਾ, ਫਿਰ ਉਹ ਪਾਸਟ ਸਾਨੂੰ ਬਹੁਤ ਤੰਗ ਕਰਦਾ। ਪ੍ਰੈਜ਼ੈਂਟ 'ਚ ਰਹੋ। ਅੱਜ ਜੋ ਲਾਈਫ ਹੈ
ਇਹਨੂੰ ਇੰਜੋਏ ਕਰੋ ਨਾ। ਜੇ ਅਸੀਂ ਉਹ ਪਾਸਟ ਵਾਲੀ ਹੀ ਈਗੋ, ਪਾਸਟ ਵਾਲੇ ਆਪਣੇ ਰੁਤਬੇ ਦੇ ਨਾਲ ਹੀ ਅੱਗੇ ਚੱਲਾਂਗੇ ਤਾਂ ਉਹ ਰੁਤਬੇ ਆ ਜਿਹੜੇ, ਉਹ ਤਾਂ ਮੈਨੂੰ ਤਾਂ ਇਉਂ ਲੱਗਦਾ ਕਿ ਉਹ ਸਾਰਾ ਕੁਛ ਜਿਸ ਦਿਨ ਰਿਟਾਇਰਮੈਂਟ ਹੋ ਜਾਂਦੀ ਉਦੋਂ ਨੂੰ ਖਤਮ ਹੋ ਜਾਂਦਾ ਜੀ। ਠੀਕ ਹੈ, ਉਸ ਚੀਜ਼ ਨੂੰ ਉੱਥੇ ਹੀ ਰੱਖ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਆ। ਸੋ ਬਾਏ ਦਾ ਗ੍ਰੇਸ ਆਫ ਗੋਡ ਮੈਂ ਉਹ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕੀ ਹਾਂ ਜੀ। ਇਸ ਕਰਕੇ ਮੈਨੂੰ ਕਦੇ ਨਹੀਂ ਫੀਲ ਹੋਇਆ ਵੀ ਉੱਥੇ ਆਇਆ ਸੀ, ਮੈਨੂੰ ਲੱਗਦਾ ਕਿ ਉਹ ਵੀ ਬਹੁਤ ਵਧੀਆ ਸੀ ਅਤੇ ਜੋ ਮੈਂ ਹੁਣ ਕਰ ਰਹੀ ਹਾਂ ਜਾਂ ਜਿਸ ਦੇ ਵਿੱਚ ਮੈਂ ਸਟੈਪ ਇਨ ਕੀਤਾ ਉਹ ਉਸ ਤੋਂ ਵੀ ਖੂਬਸੂਰਤ ਹੈ ਜੀ। ਇਸ ਕਰਕੇ ਪਾਸਟ ਨੂੰ ਕਦੇ ਬਹੁਤਾ ਇਹ ਨਾ ਨਾਲ ਲੈ ਕੇ ਚੱਲਣਾ ਆ ਜਿਹੜਾ, ਉਹ ਦੁੱਖਾਂ ਦਾ ਘਰ ਬਣ ਜਾਂਦਾ ਜੀ। ਮੈਂ ਉਹ ਚਾਹੁੰਦੀ ਹਾਂ ਕਿ ਜਿੰਨਾ ਹੋ ਸਕੇ ਜੇ ਅਸੀਂ ਪ੍ਰੈਜ਼ੈਂਟ 'ਚ ਰਵਾਂਗੇ ਤਾਂ ਅਸੀਂ ਦੁਖੀ ਨਹੀਂ ਹੋਵਾਂਗੇ ਜੀ, ਐਟਲੀਸਟ ਜੀ। ਬਹੁਤ ਖੂਬ ਹੈ ਨਾ, ਵਾਕਈ ਹੀ ਬਹੁਤ ਵਧੀਆ ਗੱਲ ਕਹੀ ਹੈ। ਇਸ ਲਈ ਕਿਹਾ ਜਾਂਦਾ ਹੈ ਫੋਰਗਿਵ ਐਂਡ ਫੋਰਗੇਟ। ਜੇਕਰ ਜ਼ਿੰਦਗੀ ਦੇ ਵਿੱਚ ਅਸੀਂ ਅੱਗੇ ਵਧਣਾ ਹੈ, ਖੁਸ਼ ਰਹਿਣਾ ਹੈ, ਦੇਖੋ ਆਪਣੀ ਖੁਸ਼ੀ ਦੇ ਲਈ ਤਾਂ ਬਹੁਤ ਜ਼ਰੂਰੀ ਹੈ ਉਹਨਾਂ ਲੋਕਾਂ ਨੂੰ ਭੁੱਲ ਜਾਓ ਜਿਨ੍ਹਾਂ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ, ਜਾਂ ਉਹਨਾਂ ਦੀ ਗਲਤੀਆਂ ਨੂੰ ਮਾफ़ ਕਰ ਦਿਓ। ਮਾफ़ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਰੂਹ ਦੀ ਖੁਰਾਕ ਆਪਣੀ ਜ਼ਰੂਰ ਲੈਂਦੇ ਰਹੋ। ਕੁਛ ਇੱਦਾਂ ਦੇ ਕੰਮ ਕਰੋ ਜੋ ਤੁਹਾਨੂੰ ਸਕੂਨ ਦਿੰਦੇ ਨੇ। ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਸਿੱਖੋ, ਦੂਜਿਆਂ ਦੇ ਲਈ ਮਿਸਾਲ ਬਣਨਾ ਸਿੱਖੋ। ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਓਨੀ ਦੇਰ ਤੱਕ ਦਿਓ ਇਜਾਜ਼ਤ। ਧੰਨਵਾਦ।